हेलो फ्रेंड्स, वेलकम टू माय चैनल जिसका नाम है सिमरन पंजाबी। चैनल मैं खास तौर ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਤੇ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਨੇ। ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਲਾਈਕ ਜ਼ਰੂਰ ਕਰਿਆ ਕਰੋ, ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦਾ ਲੱਗਦੇ ਪਏ ਨੇ। ਕਮੈਂਟਰੀ ਬਾਕਸ ਦੇ ਵਿੱਚ ਮੈਸੇਜ ਚੈੱਕ ਕਰ ਸਕਦੇ ਹੋ। प्लेलिस्ट ਵਿੱਚ ਜਾ ਕੇ ਤੁਸੀਂ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ। ਪਲੇਲਿਸਟ ਵਗੈਰਾ ਜਿਹੜੀਆਂ ਬਣੀਆਂ ਹੋਈਆਂ ਨੇ, ਜਿਵੇਂ ਮਾਸਟਰ ਗ੍ਰੇਡ ਵਾਲੇ ਸਟੂਡੈਂਟ ਵਾਲਿਆਂ ਵਾਸਤੇ ਵੀ ਇੱਕ ਵੱਖਰੀ ਬਣਾਈ ਹੋਈ ਹੈ। ਉਸ ਦੇ ਵਿੱਚ ਜਿੰਨੇ ਵੀ ਟੌਪਿਕ ਹੈ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ। ਤਿਆਰੀ ਜਿਹੜੀ ਹੈਗੀ ਆਪਣੀ ਜਾਰੀ ਰੱਖੋ। ਤੇ ਇਸ ਤੋਂ ਇਲਾਵਾ ਟੌਪਿਕ ਜਿਹੜਾ ਹੈਗਾ ਅੱਜ ਐਨਟੀਏ ਦੇ ਸਟੂਡੈਂਟ ਵਾਲਿਆਂ ਵਾਸਤੇ ਹੈਗਾ ਵਾ ਰੂਸੀ ਰੂਪਵਾਦ ਬਾਰੇ ਅਸੀਂ ਥੋੜਾ ਜਿਹਾ ਪੜਾਂਗੇ। ਠੀਕ ਹੈ, ਓਕੇ। ਸੋ ਇਸ ਤੋਂ ਇਲਾਵਾ ਬਾਕੀ ਵੀ ਜਿਹੜੇ ਵਾਦ ਹੈਗੇ ਨੇ ਉਹ ਮੈਂ ਪੜ੍ਹਾ ਰਹੀ ਹਾਂ ਤੇ ਨਾਲ ਦੇ ਨਾਲ ਟੌਪਿਕ ਵੇਖ ਵੀ ਲਓ ਤੁਸੀਂ। ਜਿਹੜੇ ਉੱਥੇ ਪਾਏ ਹੋਏ ਨੇ ਈਜ਼ੀ ਹੈਗੇ ਨੇ, ਸਮਝਣ 'ਚ ਕੋਈ ਪ੍ਰੋਬਲਮ ਜਿਹੜੀ ਹੈਗੀ ਇਹਨਾਂ ਨੂੰ ਨਹੀਂ ਹੋ ਰਹੀ। ਸੋ ਰੂਸੀ ਰੂਪਵਾਦ ਵਾਲੇ ਜਿਹੜੇ ਹੈਗੇ ਨੇ ਉਹਨਾਂ ਬਾਰੇ ਪੜ੍ਹਦੇ। ਕਹਿੰਦੇ ਇੱਕ ਅਜਿਹੀ ਸਾਹਿਤ ਅਧਿਐਨ ਦੀ ਵਿਧੀ ਹੈ ਜੋ ਰੂਸ ਵਿੱਚ ਸਾਹਿਤ ਅਧਿਐਨ ਦੀਆਂ ਦੂਸਰੀਆਂ ਬਹਿਰੰਗ ਵਿਧੀਆਂ ਦੇ ਪ੍ਰਤੀਕਰਮ ਵਜੋਂ ਉਪਜੀ ਹੈ। ਇਸ ਅੰਦੋਲਨ ਜਾਂ ਅਧਿਐਨ ਵਿਧੀ ਦਾ ਸਾਰ ਤੱਤ ਇਹ ਹੈ ਕਿ ਇਹ ਵਿਧੀ ਸਾਹਿਤ ਬਾਹਰੀ ਪੱਖਾਂ ਤੋਂ ਮੁਕਤ ਕਰਵਾਉਣ ਲਈ ਜਨਮੀ ਤੇ ਵਿਕਸੀ ਹੈਗੀ ਹੈ। ਇਸ ਵਿਚਾਰਧਾਰਾ ਨੇ ਸਾਹਿਤ ਸੰਬੰਧੀ ਕਈ ਨਿਵੇਕਲੇ ਪੱਖਾਂ ਦੀ ਖੋਜ ਕੀਤੀ ਹੈ ਤੇ ਆਲੋਚਨਾ ਨੂੰ ਰਚਨਾਕਾਰ ਜਾਂ ਬਾਹਰੀ ਵੇਰਵਿਆਂ ਨਾਲੋਂ ਤੋੜ ਕੇ ਰਚਨਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਦੇ ਵਿੱਚ ਜਿਹੜਾ ਹੈਗਾ ਵਾ ਇਹ ਵਿਧੀ ਇਸ ਤਰੀਕੇ ਦੀ ਹੈਗੀ ਹੈ ਜੋ ਕਿ ਬਾਹਰੀ ਪੱਖਾਂ ਤੋਂ ਮੁਕਤ ਕਰਾਉਣ ਵਾਲੀ ਹੈਗੀ ਹੈ। ਇਸਨੇ ਕੀ ਕੀਤਾ ਹੈਗਾ ਵਾ ਕਿ ਜਿਹੜੇ ਸਾਹਿਤ ਰਚਦੇ ਹੈਗੇ ਨੇ ਉਹਨਾਂ ਵਾਸਤੇ ਇੱਕ ਨਿਵੇਕਲੇ ਪੱਖਾਂ ਦੀ ਖੋਜ ਕੀਤੀ ਹੈ ਤੇ ਆਲੋਚਨਾ ਨੂੰ ਰਚਨਾਕਾਰ ਜਾਂ ਰਚਨਾ ਬਾਹਰੀ ਵੇਰਵਿਆਂ ਨਾਲੋਂ ਤੋੜ ਕੇ ਰਚਨਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਮਤਲਬ ਬਾਹਰੀ ਚੀਜ਼ਾਂ ਨੂੰ ਨਾਲੋਂ ਅਲੱਗ ਕਰਕੇ ਰਚਨਾ ਕਰਨ ਵਾਸਤੇ ਪ੍ਰੇਰਿਆ ਸੀ। ਇਸ ਵਿਚਾਰਧਾਰਾ ਦੀ ਡੇਢ ਦਹਾਕਾ ਕੋਸ਼ਿਸ਼ ਇਹ ਰਹੀ ਹੈ ਕਿ ਜਿਹੜੀ ਸਾਹਿਤ ਆਲੋਚਨਾ ਹੁੰਦੀ ਹੈ ਉਸਦਾ ਕਾਰਜ ਆਪ ਮੁਹਾਰਾ ਨਾ ਹੋ ਕੇ ਵਿਗਿਆਨਿਕ ਲੀਹਾਂ ਦੇ ਉੱਤੇ ਹੋਵੇ। ਇਸ ਦਾ ਵਿਗਿਆਨ ਸਿਰਜਿਆ ਜਾ ਸਕੇ। ਮਤਲਬ ਜਿਹੜੀ ਆਲੋਚਨਾ ਹੈ ਸਾਹਿਤ ਵਾਲੀ ਉਸਨੂੰ ਵਿਗਿਆਨਿਕ ਲੀਹਾਂ ਦੇ ਉੱਤੇ ਲੈ ਕੇ ਆਉਣਾ। ਆਲੋਚਨਾ ਦੀ ਤਕਨੀਕੀ ਸ਼ਬਦਾਵਲੀ ਦਾ ਵੀ ਆਪਣਾ ਕਹਿੰਦੇ ਵਿਆਕਰਣ ਹੋਵੇ। ਸਾਹਿਤ ਰਚਨਾ ਦੀ ਸਮੀਖਿਆ ਸਮੇਂ ਉਸ ਦੇ ਆਪਸੀ ਤੱਤਾਂ ਤੇ ਸਮੁੱਚੇ ਨਾਲ ਉਸ ਦੇ ਰਿਸ਼ਤੇ ਨੂੰ ਸਮੂਹਿਕ ਰੂਪ 'ਚ ਪੇਸ਼ ਕੀਤਾ ਜਾਵੇ। ਮਤਲਬ ਜੋ ਵੀ ਸਾਹਿਤ ਰਚਦੇ ਗਏ ਨੇ ਉਸਦੀ ਜਿਹੜੀ ਸਮੀਖਿਆ ਹੁੰਦੀ ਹੈ ਉਸ ਦੇ ਆਪਸੀ ਤੱਤ ਸਮੁੱਚੇ ਨਾਲ ਉਸ ਦੇ ਰਿਸ਼ਤੇ ਨੂੰ ਸਮੂਹਿਕ ਰੂਪ ਵਿੱਚ ਪੇਸ਼ ਕੀਤਾ ਜਾਵੇ। ਮਤਲਬ ਇਹ ਚੀਜ਼ ਆ ਗਈ ਕਿ ਜਿਹੜੀ ਸਾਹਿਤ ਦੀ ਆਲੋਚਨਾ ਹੈਗੀ ਆ ਉਸ ਨੂੰ ਇੱਕ ਤਰੀਕੇ ਦੇ ਨਾਲ ਵਿਗਿਆਨਿਕ ਪੱਖਾਂ ਦੇ ਉੱਤੇ ਲੈ ਕੇ ਆਉਣਾ। ਇਸ ਦਾ ਇੱਕ ਆਪਣਾ ਇੱਕ ਵੱਖਰਾ ਖੇਤਰ ਹੋਵੇ, ਠੀਕ ਹੈ, ਤੇ ਆਪਣੇ ਨਾਲ ਹੀ ਇਸ ਦਾ ਇੱਕ ਰਿਸ਼ਤਾ ਜ਼ਰੂਰ ਹੋਵੇ। ਸਾਹਿਤ ਆਲੋਚਨਾ ਵਿੱਚ ਕਿਸੇ ਸਾਹਿਤ ਕਿਰਤ ਦਾ ਮੁਲਾਂਕਣ ਕਰਨ ਸਮੇਂ ਉਸ ਵਿੱਚ ਪੇਸ਼ ਨੈਤਿਕ ਮੁੱਲਾਂ ਨੂੰ ਪਰਖਣਾ ਕਵਿਤਾ ਨੂੰ ਕਵੀ ਜਾਂ ਉਸਦੇ ਜੀਵਨ ਨਾਲ ਜੋੜ ਕੇ ਸਮਝਣਾ ਸਾਹਿਤ ਦੀ ਆਪਣੀ ਹੋਂਦ ਤੋਂ ਇਨਕਾਰ ਕਰਨ ਦੇ ਬਰਾਬਰ ਹੈਗਾ। ਠੀਕ ਹੈ, ਮਤਲਬ ਜਿਵੇਂ ਹੁਣ ਇੱਕ ਸਾਹਿਤ ਹੈਗਾ ਵਾ ਉਸਦੀ ਰਚਨਾ ਜਿਹੜੀ ਹੈ ਉਸਨੂੰ ਜਸਟ ਉੱਥੋਂ ਤੱਕ ਹੀ ਰੱਖੋ। ਉਸਦੇ ਜਿਹੜਾ ਲਿਖਦਾ ਪਿਆ ਉਸਦੇ ਜੀਵਨ ਦੇ ਨਾਲ ਜੋੜ ਕੇ ਕਹਿੰਦੇ ਨਾ ਦੇਖੋ। ਇਸ ਸੰਬੰਧੀ ਐਜ਼ਰਾ ਪਾਉਂਡ ਦਾ ਕਥਨ ਬੜਾ ਮਹੱਤਵਪੂਰਨ ਹੈ। ਉਸ ਅਨੁਸਾਰ ਭੌਤਿਕ ਵਿਗਿਆਨ ਪੜ੍ਹਨ ਸਮੇਂ ਸਾਨੂੰ ਇਹ ਨਹੀਂ ਕਿਹਾ ਜਾਂਦਾ ਕਿ ਅਸੀਂ ਨਿਊਟਨ ਦੇ ਉਹਨਾਂ ਚੇਲਿਆਂ ਦਾ ਜੀਵਨ ਪੜ੍ਹੀਏ ਜਿਨ੍ਹਾਂ ਦੀ ਰੁਚੀ ਵਿਗਿਆਨ ਵਿੱਚ ਸੀ ਪਰ ਉਹ ਕੋਈ ਖੋਜ ਨਾ ਕਰ ਸਕੇ। ਠੀਕ ਹੈ, ਮਤਲਬ ਉਹੀ ਆ ਗਿਆ ਕਿ ਜੇਕਰ ਤੁਸੀਂ ਕਿਸੇ ਰਚਨਾਕਾਰ ਦੀ ਕਿਰਤ ਪੜ੍ਹਨੀ ਹੈ ਸਿਰਫ ਆਪਣੇ ਆਪ ਨੂੰ ਉੱਥੋਂ ਤੱਕ ਸੀਮਤ ਰੱਖੋ। ਇਹ ਨਾ ਦੇਖੋ ਕਿ ਉਸਦਾ ਜੀਵਨ ਕਿਸ ਤਰੀਕੇ ਦਾ ਸੀ, ਉਸਦਾ ਜੀਵਨ ਦਾ ਕੀ ਉਸਦੇ ਉੱਤੇ ਇਫੈਕਟ ਪਿਆ। ਸੋ ਕਹਿੰਦੇ ਜਦੋਂ ਇਹ ਆਲੋਚਨਾ ਕਰਨੀ ਹੁੰਦੀ ਹੈ ਇਹ ਚੀਜ਼ ਸਾਈਡ ਤੇ ਰੱਖੋ, ਸਿਰਫ ਉਸਨੂੰ ਉੱਥੋਂ ਤੱਕ ਹੀ ਸੀਮਤ ਰਹਿ ਜਾਓ। ਤੇ ਉਹੀ ਉਹਨਾਂ ਨੇ ਇੱਥੇ ਐਗਜ਼ਾਮਪਲ ਦਿੱਤੀ ਗਈ ਹੈ ਕਿ ਜੇਕਰ ਅਸੀਂ ਨਿਊਟਨ ਦੇ ਭੌਤਿਕ ਵਿਗਿਆਨ ਬਾਰੇ ਪੜ੍ਹਨਾ ਹੈਗਾ ਵਾ ਤੇ ਜਿਨ੍ਹਾਂ ਨੇ ਇਸ ਦੇ ਵਿੱਚ ਖੋਜ ਕੀਤੀ ਹੈ ਜ਼ਰੂਰੀ ਨਹੀਂ ਹੈਗੀ ਕਿ ਅਸੀਂ ਉਹਨਾਂ ਦੇ ਚੇਲਿਆਂ ਤੱਕ ਵੀ ਜਾਈਏ, ਉਹਨਾਂ ਦੇ ਜੀਵਨ ਪੜ੍ਹੀਏ। ਠੀਕ ਹੈ, ਅਸੀਂ ਸਿਰਫ ਖੋਜ ਨੂੰ ਖੋਜ ਤੱਕ ਹੀ ਸੀਮਤ ਰੱਖੀਏ। ਉਹਨਾਂ ਦੇ ਘਰੇਲੂ ਕੰਮਕਾਰ, ਆਸ਼ਾ ਨਿਰਾਸ਼ਾ ਭਰੇ ਜੀਵਨ, ਕੰਮ ਕਨਵ ਧੋਬੀ, ਰਸੋਈ ਦੇ ਖਰਚੇ ਆਦਿ ਬਾਰੇ ਕੋਈ ਪੜ੍ਹਨ ਦੀ ਲੋੜ ਨਹੀਂ ਹੈਗੀ। ਫਿਰ ਵੀ ਸਾਹਿਤ ਦੇ ਮੁਲਾਂਕਣ ਲਈ ਇਹ ਝੰਜਟ ਕਿਉਂ ਪਾਇਆ ਜਾਂਦਾ ਹੈ ਕਿ ਉਸ ਚੀਜ਼ ਨੂੰ ਪੜ੍ਹਨਾ ਹੀ ਪੜ੍ਹਨਾ ਹੈਗਾ। ਰੂਸੀ ਰੂਪਵਾਦ ਤੋਂ ਪਹਿਲਾਂ ਸਾਹਿਤ ਅਧਿਐਨ ਦੀਆਂ ਬਹੁਤ ਸਾਰੀਆਂ ਬਹਿਰੰਗ ਵਿਧੀਆਂ ਯਾਨੀ ਕਿ ਅਲੱਗ-ਅਲੱਗ ਵਿਧੀਆਂ ਜਿਵੇਂ ਦਾਰਸ਼ਨਿਕ, ਇਤਿਹਾਸਿਕ, ਮਾਰਕਸਵਾਦੀ, ਨੈਤਿਕ, ਜੀਵਨੀ ਪਰਖ, ਮਨੋਵਿਗਿਆਨਿਕ, ਪ੍ਰਭਾਵਵਾਦੀ ਆਦਿ ਸਾਹਿਤ ਦੇ ਵਿਸ਼ਲੇਸ਼ਣ ਦਾ ਬਹਾਨਾ ਬਣਾ ਕੇ ਸਾਹਿਤ ਬਾਹਰੀ ਵੇਰਵਿਆਂ ਦਾ ਅਧਿਐਨ ਕਰਦੀਆਂ ਨੇ। ਠੀਕ ਹੈ, ਮਤਲਬ ਇਹ ਸਾਰੀਆਂ ਵਿਧੀਆਂ ਅਸੀਂ ਪਹਿਲਾਂ ਯੂਜ਼ ਕੀਤੀਆਂ ਹੈਗੀਆਂ ਨੇ ਵਿਸ਼ਲੇਸ਼ਣ ਕਰਨ ਵਾਸਤੇ। ਇਸ ਨਾਲ ਸਾਹਿਤ ਰਚਨਾ ਦਾ ਅਧਿਐਨ ਤਾਂ ਪਿੱਛੇ ਰਹਿ ਜਾਂਦਾ ਹੈ ਤੇ ਸਾਹਿਤ ਬਾਹਰੀ ਪੱਖ ਪ੍ਰਮੁੱਖਤਾ ਹਾਸਿਲ ਕਰ ਲੈਂਦੇ ਨੇ। ਤੇ ਇਹ ਜਿਹੜੀਆਂ ਰਚਨਾਵਾਂ ਹੈਗੀਆਂ ਨੇ ਵਿਧੀਆਂ ਹੈਗੀਆਂ ਨੇ
ਇਹ ਕਿਹੜੀਆਂ ਵਿਧੀਆਂ ਹੈ ਉਹ ਜਿਹੜਾ ਸਾਹਿਤ ਹੁੰਦਾ ਉਸ ਦੇ ਬਾਹਰੀ ਪੱਖਾਂ ਦਾ ਹੀ ਵੇਰਵਾ ਯਾਨੀ ਕਿ ਉਹਨਾਂ ਦਾ ਅਧਿਐਨ ਕਰਦੀ ਹੈ। ਮੀਨਸ ਰੂਪ ਜਿਹੜਾ ਹੈਗਾ ਹੈ ਸਿਰਫ ਉੱਥੋਂ ਤੱਕ ਜਿਹੜਾ ਹੈਗਾ ਵਾ ਮਤਲਬ ਦੱਸਿਆ ਗਿਆ ਹੈਗਾ ਵਾ ਇਸ ਵਿੱਚ ਕਿ ਜਿਹੜੀ ਇਹ ਵਿਧੀਆਂ ਹੈ ਸਿਰਫ ਬਾਹਰੀ ਵੇਰਵਿਆਂ ਤੱਕ ਹੀ ਸਿਮਰ ਜਾਂਦੀ ਹੈਗੀਆਂ ਨੇ, ਜੋ ਵਿੱਚ ਜਿਹੜਾ ਉਸ ਦੇ ਬਾਰੇ ਨਹੀਂ ਦੱਸਦੀਆਂ ਗਈਆਂ, ਜਿਸ ਦੇ ਨਾਲ ਕੀ ਹੈਗਾ ਵਾ ਜੋ ਸਾਹਿਤ ਮੇਨ ਹੈਗੀ ਹੈ ਰਚਨਾ ਉਸ ਦਾ ਅਧਿਐਨ ਪਿੱਛੇ ਰਹਿ ਜਾਂਦਾ। ਅਸੀਂ ਸਿਰਫ ਉਸਦੇ ਜਿਹੜੇ ਦੂਸਰੇ ਪੱਖ ਹੈਗੇ ਨੇ ਬਾਹਰੀ ਉਹਨਾਂ ਤੱਕ ਹੀ ਅਸੀਂ ਰਹਿ ਜਾਂਦੇ ਹਾਂ। ਇਹ ਸਾਹਿਤ ਤੇ ਆਲੋਚਨਾ ਅਨੁਸ਼ਾਸਨ ਦੋਵਾਂ ਨਾਲ ਹੀ ਅਨਿਆ ਹੈਗਾ। ਇਸ ਲਈ ਇੱਕ ਅਜਿਹੀ ਵਿਚਾਰਧਾਰਾ ਦੀ ਲੋੜ ਮਹਿਸੂਸ ਹੈ ਜੋ ਕਿਸੇ ਜਿਹੜੇ ਗਿਆ ਦਰਸ਼ਨ ਦੀ ਕੀ ਹੈ ਹਮਾਇਤ ਕਰਨ ਦੀ ਬਜਾਏ ਸਾਹਿਤ ਦੀ ਹੀ ਹਮਾਇਤ ਕਰੇ, ਕਿ ਸਾਨੂੰ ਇਹੋ ਜਿਹੀ ਵਿਧੀ ਦੀ ਲੋੜ ਹੈਗੀ ਹੈ ਜੋ ਕਿਸੇ ਦਰਸ਼ਨ ਦੀ ਹਮਾਇਤ ਕਰਨ ਦੀ ਬਜਾਏ ਜੋ ਸਾਹਿਤ ਦੀ ਰਚਨਾ ਹੈਗੀ ਉਸ ਦੀ ਹੀ ਹਮਾਇਤ ਕਰੇ। ਮੀਨਸ ਹੁਣ ਜਦੋਂ ਕੋਈ ਰਚਨਾਕਾਰ ਹੈਗਾ ਕਿਸੇ ਰਚਨਾ ਦੀ ਆਲੋਚਨਾ ਕਰਦਾ ਹੈਗਾ ਵਾ, ਜਦੋਂ ਬਾਕੀ ਇਹੋ ਜਿਹੀਆਂ ਅਸੀਂ ਵਿਧੀਆਂ ਜਿਹੜੀਆਂ ਪਿੱਛੇ ਦੱਸੀਆਂ ਜਦੋਂ ਉਸਨੂੰ ਯੂਜ਼ ਕਰਦਾ ਹੈਗਾ ਨਾ ਸਿਰਫ ਉਸਦੇ ਬਾਹਰੀ ਪੱਖਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ, ਅੰਦਰੂਨੀ ਜਿਹੜੀ ਮੇਨ ਰਚਨਾ ਹੁੰਦੀ ਹੈ ਉਸ ਤੱਕ ਉਹ ਪਹੁੰਚ ਹੀ ਨਹੀਂ ਪਾਉਂਦਾ ਹੈਗਾ। ਸੋ ਕਹਿੰਦੇ ਸਾਨੂੰ ਇੱਕ ਅਜਿਹੀ ਵਿਧੀ ਦੀ ਲੋੜ ਚਾਹੀਦੀ ਹੈਗੀ ਹੈ ਜੋ ਕਿ ਸਾਹਿਤ ਦੀ ਜਿਹੜੀ ਹੈਗੀ ਆ ਉਹ ਹਿਮਾਇਤ ਕਰੇ। ਇਹ ਵਿਚਾਰਧਾਰਾ ਰੂਸ ਵਿੱਚ ਜਨਮੀ ਤੇ ਰੂਪਵਾਦ ਕਹਿਲਾਏ। ਇਹ ਸਾਹਿਤ ਆਲੋਚਨਾ ਦਾ ਕੇਂਦਰੀ ਬਿੰਦੂ ਰਚਨਾ ਤੱਤਾਂ ਦੇ ਵਿਸ਼ਲੇਸ਼ਣ ਦੀ ਥਾਂ ਰਚਨਾ ਦੇ ਅੰਦਰਲੇ ਤੱਤਾਂ ਦਾ ਵਿਸ਼ਲੇਸ਼ਣ ਕਰਨਾ। ਸੋ ਜਿਹੜੀ ਰੂਸ ਦੇ ਵਿੱਚ ਜਨਮੀ ਰੂਸੀ ਰੂਪਵਾਦ ਵਾਲੀ ਜਿਹੜੀ ਵਿਧੀ ਸੀ ਉਹ ਬਾਹਰੀ ਤੱਤਾਂ ਦੀ ਬਜਾਏ ਅੰਦਰੂਨੀ ਤੱਤ ਜਿਹੜੇ ਹੈਗੇ ਸੀ ਉਸ ਦਾ ਵਿਸ਼ਲੇਸ਼ਣ ਜ਼ਿਆਦਾ ਕਰਦੀ ਸੀ। ਇਸ ਮੰਤਵ ਲਈ ਇਹਨਾਂ ਦੇ ਵਿਚਾਰਾਂ ਨੇ ਕਈ ਨਾਹਰੇ ਨੁਮਾ ਸਥਾਪਨਾਵਾਂ ਵੀ ਪੇਸ਼ ਕੀਤੀਆਂ, ਜਿਵੇਂ ਰਚਨਾ ਨੂੰ ਵੇਖੋ, ਰਚਨਾ ਦਾ ਵਿਸ਼ਲੇਸ਼ਣ ਕਰੋ। ਇਸ ਪ੍ਰਕਾਰ ਇਹ ਵਿਚਾਰਧਾਰਾ ਸਾਹਿਤ ਦੇ ਸੁਹਜਾਤਮਕ ਤੇ ਸਾਹਿਤਕ ਮਰਮ ਨੂੰ ਸਮਝਣ ਤੇ ਆਲੋਚਨਾ ਨੂੰ ਵਿਗਿਆਨਿਕ ਬਣਾ ਕੇ ਸਾਹਿਤ ਦਾ ਵਿਗਿਆਨ ਉਸਾਰੇ ਜਾਣ ਪ੍ਰਤੀ ਵੀ ਰੁਚਿਤ ਹੈਗੀ ਹੈ। ਇੱਕ ਤਾਂ ਅੰਦਰੂਨੀ ਪੱਖਾਂ ਦੇ ਉੱਤੇ ਚੱਲ ਜਾਂਦੀ ਹੈ ਇਹ ਵਾਲੀ ਰਚਨਾ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਰੂਸੀ ਰੂਪਵਾਦ ਨੂੰ ਜਦੋਂ ਅਸੀਂ ਅਪਣਾਉਂਦੇ ਹਾਂ ਤੇ ਕਹਿੰਦੇ ਇਹ ਜਿਹੜੀ ਹੈਗੀ ਹੈ ਰਚਨਾ ਦੇ ਅੰਦਰੂਨੀ ਪੱਖਾਂ ਤੱਕ ਜਾਂਦੀ ਹੈ। ਇਸ ਤੋਂ ਇਲਾਵਾ ਇਹ ਵਿਗਿਆਨਿਕ ਉਸਨੂੰ ਬਣਾ ਕੇ ਵੀ ਆਲੋਚਨਾ ਕਰਦੀ ਹੈ। ਇਸੇ ਵਿਚਾਰਧਾਰਾ ਅਨੁਸਾਰ ਪ੍ਰਕਿਰਤੀ ਤੇ ਸਮਾਜ ਵਿਚਲੇ ਹਰੇਕ ਵਿਚਾਰੇ ਦਾ ਵੀ ਆਪਣਾ ਇੱਕ ਅਨੁਸ਼ਾਸਨ ਹੈਗਾ। ਇਹ ਜਿਵੇਂ ਭਾਸ਼ਾ ਦਾ ਅਧਿਐਨ ਭਾਸ਼ਾ ਵਿਗਿਆਨ ਚ, ਸੋਹਜ ਦਾ ਸੋਹਜ ਸ਼ਾਸਤਰ ਚ, ਰਾਜਨੀਤੀ ਦਾ ਅਧਿਐਨ ਰਾਜਨੀਤੀ ਸ਼ਾਸਤਰ ਚ, ਧਨ ਦਾ ਅਰਥ ਵਿਗਿਆਨ ਦੇ ਵਿੱਚ, ਪਰ ਸਾਹਿਤ ਦਾ ਅਧਿਐਨ ਕਰਨ ਲਈ ਕੋਈ ਵੀ ਸਾਡੇ ਕੋਲ ਅਨੁਸ਼ਾਸਨ ਨਹੀਂ ਹੈਗਾ। ਠੀਕ ਹੈ, ਜਿਵੇਂ ਹਰ ਇੱਕ ਦਾ ਆਪਣੇ ਅਨੁਸ਼ਾਸਨ ਚ ਅਧਿਐਨ ਕੀਤਾ ਜਾਂਦਾ ਹੈ, ਪਰ ਸਾਹਿਤ ਇਹੋ ਜਿਹਾ ਸੀ ਜਿਸ ਦੇ ਵਾਸਤੇ ਸਾਡੇ ਕੋਲ ਕੋਈ ਵੀ ਅਨੁਸ਼ਾਸਨ ਮੌਜੂਦ ਨਹੀਂ। ਸਾਹਿਤ ਦਾ ਅਧਿਐਨ ਕਰਨ ਵਾਲੇ ਅਨੁਸ਼ਾਸਨ ਆਲੋਚਨਾ ਕੋਲ ਸਾਹਿਤ ਅਧਿਐਨ ਦਾ ਕੋਈ ਵਿਗਿਆਨਿਕ ਵਿਧੀ ਨਹੀਂ ਸੀ, ਬਲਕਿ ਇਸ ਵਿੱਚ ਅਧਿਐਨ ਵਿਧੀਆਂ ਦੀ ਭਰਮਾਰ ਹੈ ਕਿ ਇੱਕ ਚੀਜ਼ ਨਾ ਹੋ ਕੇ ਅਸੀਂ ਇਸਨੂੰ ਕਈ ਚੀਜ਼ਾਂ ਦੇ ਅੰਡਰ ਜਿਹੜਾ ਹੈਗਾ ਵਾ ਅਧਿਐਨ ਕੀਤਾ ਹੈ ਸਾਹਿਤ ਨੂੰ, ਕਿ ਮੇਨ ਆਪਣਾ ਇੱਕ ਇਹੋ ਜਿਹਾ ਪੱਖ ਹੋਵੇ ਜਿਵੇਂ ਕਹਿ ਸਕਦੇ ਹੋ ਭਾਰਤੀ ਕਾਵਿ ਸ਼ਾਸਤਰ ਆ ਗਿਆ ਇੱਕ ਤਰੀਕੇ ਅਸੀਂ ਉਸਦੇ ਵਿੱਚ ਇੱਕ ਅਧਿਐਨ ਕਰਦੇ ਹਾਂ ਭਾਰਤ ਦੇ ਜਿਹੜਾ ਸ਼ਾਸਤਰ ਹੈਗਾ ਵਾ। ਦੂਸਰਾ ਪੰਜਾਬੀ ਦਾ ਆਪਣਾ ਨਹੀਂ ਹੈਗਾ। ਠੀਕ ਹੈ, ਅਸੀਂ ਉਸਨੂੰ ਪੱਛਮੀ ਤੇ ਭਾਰਤੀ ਦੋਨਾਂ ਦੇ ਅੰਡਰ ਦੇਖਦੇ ਹਾਂ। ਸੋ ਪੰਜਾਬੀ ਦੀ ਵੀ ਇੱਕ ਮੰਗ ਕੀਤੀ ਜਾ ਰਹੀ ਹੈਗੀ ਹੈ ਤੇ ਇਸ ਪੱਖ ਵੱਲ ਧਿਆਨ ਵੀ ਦਿੱਤਾ ਜਾ ਰਿਹਾ। ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਸਾਹਿਤ ਹੈਗਾ ਉਸਨੂੰ ਵੱਖ-ਵੱਖ ਅਨੁਸ਼ਾਸਨਾਂ ਦੇ ਥੱਲੇ ਲਾ ਕੇ ਉਸ ਦੇ ਅੰਦਰ ਉਸਦਾ ਅਧਿਐਨ ਕਰਦੇ ਹਾਂ, ਪਰ ਉਸਦਾ ਆਪਣਾ ਇੱਕ ਵੱਖਰਾ ਖੇਤਰ ਨਹੀਂ ਹੈਗਾ ਜਿਸ ਦੇ ਵਿੱਚ ਪੂਰੇ ਦਾ ਪੂਰਾ ਉਸਦਾ ਆਪਣਾ ਹੀ ਅਧਿਐਨ ਹੋ ਸਕੇ। ਤੇ ਇਸ ਵਿਰੋਧ ਦੇ ਸਿੱਟੇ ਵਜੋਂ ਕਿਸੇ ਸਾਹਿਤ ਕਿਰਤ ਬਾਰੇ ਇੱਕ ਤੋਂ ਬਹੁਤੇ ਸਿੱਟੇ ਪ੍ਰਾਪਤ ਹੁੰਦੇ ਨੇ। ਠੀਕ ਹੈ, ਮਤਲਬ ਕੋਈ ਇਹੋ ਜਿਹਾ ਸਿੱਟਾ ਨਿਕਲ ਆਇਆ ਫਿਰ ਦੂਸਰੇ ਤੋਂ ਉਸ ਤਰ੍ਹਾਂ ਕੋਈ ਇੱਕ ਨਹੀਂ ਨਿਕਲਦਾ, ਅਲੱਗ-ਅਲੱਗ ਨਿਕਲਦੇ ਗਏ ਨੇ। ਇਸ ਲਈ ਸਾਹਿਤ ਅਧਿਐਨ ਦੀ ਇੱਕ ਵਿਗਿਆਨਿਕ ਵਿਧੀ ਦਾ ਵਿਕਾਸ ਕਰਕੇ ਸਾਹਿਤ ਦਾ ਵਿਗਿਆਨ ਕਿਹੜਾ ਹੈਗਾ ਵਾ ਉਹ ਸਾਰਿਆ ਜਾਵੇ। ਇਸ ਮੰਤਰ ਲਈ ਇਸ ਵਿਚਾਰਧਾਰਾ ਨੇ ਸਾਹਿਤ ਅਧਿਐਨ ਦੀ ਰੂਪਵਾਦੀ ਵਿਧੀ ਦੀ ਪੇਸ਼ਕਸ਼ ਕੀਤੀ ਹੈ। ਸੋ ਮੇਨ ਇਹਨਾਂ ਅਸੀਂ ਇਹਦੇ ਵਿੱਚ ਪੜ੍ਹਿਆ ਹੈ ਕਿ ਸਾਹਿਤ ਦਾ ਜਦੋਂ ਅਸੀਂ ਅਧਿਐਨ ਕਰਦੇ ਹੈਗੇ ਸਾਹਿਤ ਦੇ ਸਿਰਫ ਅਸੀਂ ਬਾਹਰੀ ਤੱਤਾਂ ਵੱਲ ਧਿਆਨ ਦਿੰਦੇ ਹੈਗੇ, ਅੰਦਰੂਨੀ ਪੱਖ ਵੱਲ ਨਹੀਂ, ਤੇ ਜਿਹੜੀ ਮੇਨ ਰਚਨਾ ਹੁੰਦੀ ਉਹ ਪਿੱਛੇ ਰਹਿ ਜਾਂਦੀ ਹੈ। ਅਸੀਂ ਕੀ ਹੈਗਾ ਵਾ ਜ਼ਰੂਰੀ ਨਹੀਂ ਹੈਗਾ ਕਿ ਜੇਕਰ ਅਸੀਂ ਰਚਨਾ ਬਾਰੇ ਪੜ੍ਹਨਾ ਹੈਗਾ ਤਾਂ ਉਸਦੇ ਜਿਹੜੇ ਲੇਖਕ ਹੈ ਉਸਦੇ ਬਾਰੇ ਪੜ੍ਹਨਾ ਜ਼ਰੂਰੀ ਹੈਗਾ। ਅਸੀਂ ਉਸਨੂੰ ਪੜ੍ਹੇ ਬਿਨਾਂ ਹੀ ਇੱਕ ਆਲੋਚਨਾ ਉਸਦੀ ਕਰ ਸਕਦੇ ਹੈਗੇ। ਥਰਡ ਉਸਦੇ ਵਿੱਚ ਇਹ ਗੱਲ ਕੀਤੀ ਗਈ ਹੈਗੀ ਹੈ ਕਿ ਰੂਸੀ ਰੂਪਵਾਦ ਇੱਕ ਅਜਿਹੀ ਵਿਧੀ ਹੈਗੀ ਹੈ ਜਿਸ ਦੇ ਅਨੁਸਾਰ ਅਸੀਂ ਉਸਦੇ ਸਾਹਿਤ ਦੇ ਅੰਦਰੂਨੀ ਪੱਖਾਂ ਦੇ ਬਾਰੇ ਨੌਲੇਜ ਲੈ ਸਕਦੇ ਹਾਂ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈਗਾ ਵਾ ਕਿ ਹਰ ਇੱਕ ਦਾ ਆਪਣਾ ਅਨੁਸ਼ਾਸਨ ਹੁੰਦਾ ਹੈ ਜਿਸ ਦੇ ਵਿੱਚ ਉਸਦਾ ਅਧਿਐਨ ਕੀਤਾ ਜਾਂਦਾ ਹੈ, ਸਾਹਿਤ ਦਾ ਨਹੀਂ ਹੈਗਾ। ਇਸ ਲਈ ਸਾਨੂੰ ਸਾਹਿਤ ਦੇ ਅਨੁਸ਼ਾਸਨ ਦੀ ਵੀ ਲੋੜ ਚਾਹੀਦੀ ਹੈਗੀ ਹੈ ਤੇ ਜੋ ਕਿਸ ਨੂੰ ਵਿਗਿਆਨਿਕ ਵਿਧੀ ਅਨੁਸਾਰ ਇੱਕ ਤਰੀਕੇ ਨਾਲ ਵਰਤਿਆ ਜਾ ਸਕੇ। ਸੋ ਰੂਸੀ ਰੂਪਵਾਦੀ ਵਿਧੀ ਨੇ ਇਸ ਤਰੀਕੇ ਦੀ ਪੇਸ਼ਕਸ਼ ਕੀਤੀ ਸੀ। ਰੂਸ ਵਿੱਚ ਸਾਹਿਤ ਦੀ ਸਵੈ ਹੋਂਦ ਨੂੰ ਪਛਾਣਨ ਲਈ ਚੱਲੇ ਇਸ ਅੰਦੋਲਨ ਨੂੰ ਭਾਵੇਂ ਰੂਪਵਾਦ ਕਹਿ ਲਿਆ ਜਾਂਦਾ ਹੈ, ਪਰ ਇਹਨਾਂ ਨੇ ਨਾਮ ਆਪ ਨਹੀਂ ਰੱਖਿਆ, ਸਗੋਂ ਇਸ ਦਾ ਨਾਮ ਇਸ ਦੇ ਵਿਰੋਧੀਆਂ ਨੇ ਰੱਖਿਆ ਸੀ। ਰੂਪਵਾਦ ਇੱਕ ਨਿਖੇਧਾਤਮਕ ਵਿਸ਼ਲੇਸ਼ਣ ਹੈ।
ਮਤਲਬ ਇੱਕ ਨਾਂ ਦੇ ਵਿੱਚ ਆ ਰਿਹਾ ਸੀ। ਸਾਹਿਤ ਅਧਿਐਨ ਦੀਆਂ ਪੂਰਵਲੀਆਂ ਅਧਿਐਨ ਵਿਧੀਆਂ ਨੂੰ ਸਾਹਿਤ ਨੂੰ ਵਿਸ਼ੇ ਤੇ ਰੂਪ ਦੇ ਦਵੈਤ ਵਿੱਚ ਵੰਡਦੀਆਂ ਸਨ। ਜਾਣੀ ਕਿ ਪਹਿਲੀਆਂ ਹੈਗੀਆਂ ਸੀ ਰੂਪ ਨੂੰ ਅਲੱਗ, ਵਿਸ਼ੇ ਨੂੰ ਅਲੱਗ ਕਰਕੇ ਦੇਖਦੀਆਂ ਸੀ। ਵਿਸ਼ੇ ਪੱਖ ਵੱਲ ਇਹਨਾਂ ਦਾ ਜ਼ਿਆਦਾ ਉਲਾਰ ਹੈਗਾ ਸੀ। ਪਰ ਇਹ ਅਧਿਐਨ ਵਿਧੀ ਸਾਹਿਤ ਦੇ ਸਮੁੱਚੇ ਯਾਨੀ ਕਿ ਰੂਪ ਨੂੰ ਵੀ ਤੇ ਵਿਸ਼ੇ ਨੂੰ ਵੀ ਦੋਨਾਂ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਉਂਦੀ ਹੈ। ਇਸ ਕਰਕੇ ਇਸ ਨੂੰ ਵਿਰੋਧੀਆਂ ਨੇ ਰੂਪਵਾਦ ਦਾ ਨਾਮ ਜਿਹੜਾ ਹੈਗਾ ਸੀ ਦੇ ਦਿੱਤਾ। ਇਹ ਬਿਲਕੁਲ ਉਵੇਂ ਹੀ ਕਿ ਪੰਜਾਬੀ ਆਲੋਚਨਾ ਜਗਤ ਵਿੱਚ ਇਸ ਕਿਸਮ ਦੀ ਆਲੋਚਨਾ ਵਿਧੀਆਂ ਦੀ ਵਰਤੋਂ ਕਰਨ ਵਾਲੇ ਜਿਹੜੇ ਹੈਗੇ ਡਾਕਟਰ ਹਰਭਜਨ ਸਿੰਘ ਨੂੰ ਸੁਹਜਵਾਦੀ ਹੋਣ ਦਾ ਇਲਜ਼ਾਮ ਜਿਹੜਾ ਲਗਾਇਆ ਜਾਂਦਾ ਸੀ। ਠੀਕ ਹੈ, ਰੂਪਵਾਦੀ ਜਿਹੜੇ ਹੈਗੇ ਸੀ ਜਾਂ ਫਿਰ ਜਿਹੜੇ ਇਸ ਦਾ ਅਧਿਐਨ ਕਰਦੇ ਸੀ ਉਸਨੂੰ ਰੂਪਵਾਦੀ ਕਿਹਾ ਜਾਂਦਾ ਸੀ। ਸੋ ਇਸ ਦੇ ਜਿਹੜੇ ਵਿਰੋਧੀ ਸੀ ਉਹਨਾਂ ਨੇ ਹੀ ਇਸ ਨੂੰ ਨਾਮ ਦਿੱਤਾ ਸੀ। ਇਸ ਸੰਬੰਧੀ ਡਾਕਟਰ ਕੁਲਦੀਪ ਸਿੰਘ ਧੀਰ ਜਿਹੜੇ ਹੈਗੇ ਨੇ ਖੋਜ ਪੱਤਰਿਕਾ ਵਿੱਚ ਲਿਖਦੇ ਨੇ, ਇਹ ਨਾਮ ਇਸ ਪਹੁੰਚ ਵਿਧੀ ਪ੍ਰਤੀ ਤਿਰਸਕਾਰ ਦਾ ਸੂਚਕ ਹੈ ਤੇ ਦੂਜੇ ਪਾਸੇ ਦਵੈਤਵਾਦੀ ਸਿਧਾਂਤਾਂ ਦੀ ਇਸ ਧਾਰਨਾ ਦਾ ਇਸ ਵਿਸ਼ੇ ਉੱਤੇ ਬਲ ਘਟਾਉਣ ਦਾ ਸਿੱਧਾ ਭਾਵ ਰੂਪ ਉੱਤੇ ਬਲ ਦੇਣਾ ਹੀ ਹੋ ਸਕਦਾ ਹੈ। ਇੰਜ ਦਵੈਤਵਾਦੀਆਂ ਨੇ ਇੱਕ ਲਕੀਰ ਮਾਰ ਕੇ ਰੂਪਵਾਦ ਨੂੰ ਵਿਸ਼ੇ ਤੇ ਸੰਦੇਸ਼ ਉੱਤੇ ਬਲ ਦੇਣ ਵਾਲੀਆਂ ਸਾਰੀਆਂ ਪਹੁੰਚ ਵਿਧੀਆਂ ਦੇ ਵਿਰੋਧ 'ਚ ਖੜਾ ਕਰਨ ਦਾ ਯਤਨ ਕੀਤਾ। ਮਤਲਬ ਉਹਨਾਂ ਨੇ ਕਿਹਾ ਸੀ ਕਿ ਇੱਕ ਇਹ ਵਿਧੀ ਕੀ ਹੈ, ਇੱਕ ਨਿਖੇਧਾਤਮਕ ਦੇ ਵਿੱਚ ਹੀ ਜਿਵੇਂ ਆਉਂਦੀ ਹੈ, ਇਸ ਦੇ ਵਿੱਚ ਇੱਕ ਤਰੀਕੇ ਦੀ ਲਾਈਨ ਖਿੱਚੀ ਗਈ ਹੈਗੀ ਹੈ ਜਿਸ ਦੇ ਵਿੱਚੋਂ ਅਸੀਂ ਜਾਂ ਤਾਂ ਰੂਪ ਨੂੰ ਉਹਨਾਂ ਨੇ ਕਿਹਾ ਸੀ ਚੁਣੋ ਜਾਂ ਤਾਂ ਤੁਸੀਂ ਵਿਸ਼ੇ ਨੂੰ ਚੁਣੋ। ਸੋ ਇਸ ਨਾਲ ਰੂਪਵਾਦ ਦਾ ਮਹੱਤਵ ਘਟਣ ਦੀ ਥਾਂ ਜਿਹੜਾ ਹੈਗਾ ਸੀ ਜ਼ਿਆਦਾ ਵਧਿਆ ਸੀ। 20ਵੀਂ ਸਦੀ ਦੇ ਆਰੰਭ ਵਿੱਚ ਸਾਹਿਤ ਦੇ ਮੁਲਾਂਕਣ ਸਮੇਂ ਗੈਰ ਸਾਹਿਤਕ ਤੱਥਾਂ ਦੇ ਉੱਤੇ ਬਲ ਦੇਣ ਪ੍ਰਤੀ ਆਵਾਜ਼ ਉੱਠਣੀ ਸ਼ੁਰੂ ਹੋ ਗਈ। ਰੂਪਵਾਦ ਨੂੰ ਇਸੇ ਬਗਾਵਤ ਦਾ ਜਿਹੜਾ ਫਲ ਮੰਨਿਆ ਜਾਂਦਾ ਹੈ। ਰੂਸੀ ਰੂਪਵਾਦੀ ਲਹਿਰ ਨੂੰ ਕਿਸੇ ਅੰਦੋਲਨ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਰੂਸੀ ਰੂਪਵਾਦੀ ਆਲੋਚਨਾ ਕਿਸੇ ਸੰਗਠਿਤ ਸਕੂਲ ਨਾਲ ਸੰਬੰਧਿਤ ਨਹੀਂ, ਨਾ ਹੀ ਇਸ ਦੇ ਕੋਈ ਜਥੇਬੰਦਕ ਆਧਾਰ ਸੀ, ਨਾ ਹੀ ਕੋਈ ਇਸ ਦਾ ਮੈਨੀਫੈਸਟੋ ਸੀ। ਮਤਲਬ ਜਿਵੇਂ ਬਾਕੀ ਉਭਰੀਆਂ ਸੀ ਥਾਂ ਮੈਨੀਫੈਸਟੋ ਤਿਆਰ ਕੀਤੇ ਸੀ, ਫਿਰ ਉਹਨਾਂ ਦੀ ਸਭਾਵਾਂ ਹੋਈਆਂ ਸੀ, ਇਹ ਇਸ ਤਰੀਕੇ ਦੇ ਨਾਲ ਨਹੀਂ ਉਭਰੀ ਸੀ। ਇਹ ਆਪਣੇ ਆਪ ਹੀ ਇੱਕ ਤਰੀਕੇ ਦੇ ਨਾਲ ਉੱਭਰ ਕੇ ਸਾਹਮਣੇ ਆਈ ਸੀ। ਤੇ ਇਹ ਕੀ ਹੈਗੀ ਸੀ, ਇੱਕ ਵਿਚਾਰਧਾਰਾ ਵਿੱਚ ਵੀ ਇਹਨਾਂ ਦੇ ਅੰਤਰ ਹੈਗਾ ਸੀ ਜਿਹੜੇ ਇਸ ਦੇ ਗੁੱਟ ਹੈਗੇ ਸੀ, ਪਰ ਉਹ ਸੰਕਲਪਨਾਤਮਕ ਪੱਧਰ ਦੇ ਉੱਤੇ ਇੱਕਮਤ ਜ਼ਰੂਰ ਸੀ। ਮਤਲਬ ਕਈ ਨਾ ਕਈ ਇਹ ਜਿਹੜੀ ਵਿਧੀ ਹੈਗੀ ਸੀ ਇਸ ਦੇ ਵਿੱਚ ਕੁਛ ਨਾ ਕੁਛ ਨਾਵਾਚਕ ਅਜਿਹਾ ਸਾਰੇ ਗੁੱਟਾਂ ਦੇ ਵਿੱਚ ਜ਼ਰੂਰ ਹੈਗਾ ਸੀ। ਕਿਸੇ ਚੀਜ਼ ਦੇ ਉੱਤੇ ਉਹ ਇਤਰਾਜ਼ ਉਹਨਾਂ ਦਾ ਹੈਗਾ ਸੀ, ਕਿਤੇ ਤੇ ਨਹੀਂ। ਪਰ ਜ਼ਿਆਦਾਤਰ ਕੀ ਹੈਗਾ ਸੀ, ਜਦੋਂ ਉਹ ਮੇਨ ਇੱਕ ਜਿਹੜਾ ਹੈਗਾ ਸੀ ਟੌਪਿਕ ਉਸਦੇ ਉੱਤੇ ਜ਼ਿਆਦਾਤਰ ਕੀ ਗਏ ਇੱਕਮਤ ਹੀ ਹੈਗੀ ਸੀ। ਰੂਸੀ ਰੂਪਵਾਦ ਦਾ ਜਨਮ 1914-15 ਵਿੱਚ ਪ੍ਰਤੀਕਵਾਦੀਆਂ ਤੇ ਮਾਰਕਸਵਾਦੀਆਂ ਦੇ ਪ੍ਰਤੀਕਰਮ ਵਜੋਂ ਹੋਇਆ। ਇਹ ਲੈ ਕੁੱਲ ਮਿਲਾ ਕੇ 15 ਸਾਲ ਚੱਲੀ। ਪਿੱਛੋਂ ਤਾਨਾਸ਼ਾਹੀ ਰੂਸੀ ਸਰਕਾਰ ਨੇ ਇਸ ਨੂੰ ਜ਼ਬਰਦਸਤੀ ਕੁਚਲ ਦਿੱਤਾ। ਲਹਿਰ ਇਹ ਜਿਹੜੀ ਹੈਗੀ ਸੀ 17 ਵਿੱਚ ਰੂਸ ਦੀ ਕ੍ਰਾਂਤੀ ਪਿੱਛੋਂ ਕੁਚਲ ਦੇਣੀ ਸੀ, ਪਰ ਰੂਸ ਦੀ ਸਰਕਾਰ ਦਾ ਧਿਆਨ ਜਿਹੜੀ ਨਵੀਂ ਸਮਾਜਵਾਦੀ ਵਿਚਾਰਧਾਰਾ ਵਿਵਸਥਾ ਨੂੰ ਪੱਕੇ ਪੈਰੀ ਖੜਾ ਕਰਨ ਦੇ ਵਿੱਚ ਲੱਗਾ, ਨਹੀਂ ਤਾਂ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਖਤਮ ਕਰ ਦੇਣਾ ਸੀ। 15 ਸਾਲ ਵਿੱਚ ਹੀ ਰੂਪਵਾਦੀ ਐਸੇ ਸੰਕਲਪ ਪਿੱਛੇ ਛੱਡ ਗਏ ਜਿਨ੍ਹਾਂ ਦੀ ਚਰਚਾ ਅੱਜ ਵੀ ਸਮੁੱਚੇ ਵਿਸ਼ਵ ਦੇ ਆਲੋਚਨਾ ਜਗਤ ਦੇ ਵਿੱਚ ਹੁੰਦੀ ਹੈ। ਇਹ ਸੰਕਲਪ ਹੁਣ ਵੀ ਸਾਹਿਤ ਅਧਿਐਨ ਦੇ ਵਿੱਚ ਵਰਤੀ ਜਾਂਦੀ ਹੈ। ਇਹ ਲੈ ਇਸ ਕਰਕੇ ਖਤਮ ਨਹੀਂ ਹੋਈ ਕਿ ਇਸ ਨਾਲ ਸੰਬੰਧਿਤ ਚਿੰਤਕਾਂ ਕੋਲ ਕੋਈ ਵਿਚਾਰ ਖਤਮ ਹੋ ਗਏ ਸੀ, ਬਲਕਿ ਇਹ ਤਾਂ ਖਤਮ ਹੋਈ ਕਿਉਂਕਿ ਇਸ ਨੂੰ ਰੂਸੀ ਸਰਕਾਰ ਦੁਆਰਾ ਜ਼ਬਰਦਸਤ ਖਤਮ ਕੀਤਾ ਗਿਆ ਸੀ। ਰੂਸੀ ਰੂਪਵਾਦ ਦਾ ਰੂਸੀ ਕ੍ਰਾਂਤੀ ਨਾਲ ਕੋਈ ਵੀ ਸੰਬੰਧ ਨਹੀਂ ਸੀ। ਇਹ ਲੈ 17 ਤੋਂ ਪਹਿਲਾਂ ਹੀ ਹੋਂਦ 'ਚ ਆ ਗਈ ਸੀ ਜਦੋਂ ਵਿਕਟਰ ਸ਼ਕਲੋਵਸਕੀ ਨੇ ਇਹ 1914 ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਕਹਿ ਰਿਹਾ ਸੀ। ਹੁਣ ਇਹ ਹੈਗਾ ਵਾ ਕਿ ਕਈ ਜਿਹੜੇ ਹੈਗੇ ਨੇ ਉਹ ਤਾਂ ਮੰਨਦੇ ਨੇ ਕਿਉਂਕਿ ਜਦੋਂ ਰੂਸੀ ਕ੍ਰਾਂਤੀ ਆਈ ਸੀ ਉਦੋਂ ਹੀ ਇਹ ਆਈ ਸੀ ਹੋਂਦ 'ਚ, ਪਰ ਨਹੀਂ, ਉਹਨਾਂ ਨੇ ਇਹ ਚੀਜ਼ ਇੱਥੇ ਖਤਮ ਕਰ ਦਿੱਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵਾ ਕਿ ਇਹ ਪਹਿਲੋਂ ਹੀ ਉਸ ਤੋਂ ਹੋਂਦ 'ਚ ਆ ਚੁੱਕੀ ਸੀ, ਪਰ ਬਾਅਦ ਦੇ ਵਿੱਚ ਕੀ ਗਏ ਸੀ, ਇਹ ਜਦੋਂ ਕ੍ਰਾਂਤੀ ਆਈ ਰੂਸ ਦੀ ਉਸ ਤੋਂ ਬਾਅਦ ਇਹ ਕੁਚਲਣੀ ਸ਼ੁਰੂ ਕਰ ਦਿੱਤੀ ਸੀ, ਨਹੀਂ ਤਾਂ ਪਹਿਲੋਂ ਹੀ ਉਹਨਾਂ ਨੇ ਖਤਮ ਕਰ ਦੇਣੀ ਸੀ। ਉਹ ਵੱਖਰੀ ਗੱਲ ਸੀ ਕਿ ਜਿਹੜੀ ਸਰਕਾਰ ਸੀ ਗਵਰਨਮੈਂਟ ਉਹਨਾਂ ਦਾ ਧਿਆਨ ਕਿਤੇ ਹੋਰ ਲੱਗਾ ਰਿਹਾ ਸੀ ਤੇ ਉਹਨਾਂ ਨੂੰ ਇਸ ਵੱਲ ਧਿਆਨ ਨਹੀਂ ਸੀ, ਪਰ ਬਾਅਦ ਦੇ ਵਿੱਚ ਇਸ ਨੂੰ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕੁਚਲਣਾ। ਤੇ ਇਹ ਵੀ ਗੱਲ ਸਿੱਧੀ ਸਪਸ਼ਟ ਕੀ ਹੈ ਕਿ 17 ਦੇ ਨਾਲ ਜਿਹੜੀ ਕ੍ਰਾਂਤੀ ਹੋਈ ਸੀ ਕੋਈ ਇਸ ਦਾ ਸੰਬੰਧ ਉਹਨਾਂ ਦੇ ਨਹੀਂ ਸੀ। ਤੇ ਉਹਨਾਂ ਨੇ ਇਹ ਕਿਹਾ ਸੀ ਕਿ ਇਸ ਸਮੇਂ ਪੁਰਾਣੀ ਕਲਾ ਮਿਟ ਚੁੱਕੀ ਹੈ, ਨਵੀਂ ਦਾ ਅਜੇ ਜਨਮ ਨਹੀਂ ਹੋਇਆ। ਅਸੀਂ ਸੰਸਾਰ ਪ੍ਰਤੀ ਆਪਣੀ ਭਾਵਨਾ ਗਵਾ ਚੁੱਕੇ ਹਾਂ। ਕੇਵਲ ਨਵੇਂ ਕਲਾਤਮਕ ਰੂਪਾਂ ਦੀ ਸਿਰਜਣਾ ਹੀ ਮਨੁੱਖੀ ਸੰਸਾਰ ਦੀ ਚੇਤਨਾ ਨੂੰ ਮੁੜ ਸੁਰਜੀਤ ਕਰ ਸਕਦੀ ਹੈ ਤੇ ਅਵਸਥਾ ਨੂੰ ਮੁੜ ਸਥਾਪਿਤ ਕਰਕੇ ਨਿਰਾਸ਼ਾ ਮਿਟ ਸਕਦੀ ਹੈ। ਤੇ ਮੇਨ ਇਹ ਵੀ ਕਿਹਾ ਸੀ ਕਿ ਇਹ ਤਾਂ ਨਹੀਂ ਮਿੱਟੀ ਮਤਲਬ ਖਤਮ ਹੋਈ, ਜਾਂ ਫਿਰ ਜਿਹੜੇ ਕਹਿ ਰਹੇ ਸੀ ਕਿ ਇਹ ਖਤਮ ਹੋ ਗਈ ਹੈ, ਕਈਆਂ ਨੇ ਇੱਕ ਤਰੀਕੇ ਦੇ ਨਾਲ ਕਿਹਾ ਸੀ ਕਿ ਉਹਨਾਂ ਕੋਲ ਕੋਈ ਵਿਚਾਰ ਨਹੀਂ ਬਚੇ ਸੀ। ਜਿੰਨੇ ਵੀ ਵਿਚਾਰ ਹੈਗੇ ਆ ਅੱਜ ਤੱਕ ਦੇਖੀਏ ਉਹ ਸਾਰੇ ਹਜੇ ਤੱਕ ਵਰਤੇ ਜਾ ਰਹੇ ਨੇ ਰਚਨਾਵਾਂ ਦੇ ਵਿੱਚ। ਰੂਸੀ ਰੂਪਵਾਦ ਦੀਆਂ ਦੋ ਪ੍ਰਮੁੱਖ ਸ਼ਾਖਾਵਾਂ ਸੀ, ਮਾਸਕੋ ਤੇ ਲੈਨਿਨਗ੍ਰਾਡ।
रोमन जैकबसन ने 15 ਚ ਮਾਸਕੋ ਲਿੰਗੁਇਸਟਿਕ ਸਰਕਲ ਦੀ ਸਥਾਪਨਾ ਕੀਤੀ। ਰੋਮਨ ਜੈਕਬਸਨ ਇੱਕ ਪ੍ਰਸਿੱਧ ਵਿਗਿਆਨੀ ਸੀ। ਉਸਨੇ ਰੂਸੀ ਸਰਕਾਰ ਦੇ ਵਿਰੋਧ ਪਿੱਛੋਂ 28 ਚ ਚੈਕੋਸਲੋਵਾਕੀਆ ਦੇ ਸ਼ਹਿਰ ਪ੍ਰਾਗ ਵਿਖੇ ਭਾਸ਼ਾ ਦੇ ਪ੍ਰਾਗ ਸਕੂਲ ਦੀ ਵੀ ਸਥਾਪਨਾ ਕੀਤੀ। ਇਹ ਸਕੂਲ ਕਾਵਿ ਦੀ ਭਾਸ਼ਾ ਦੇ ਅਧਿਐਨ ਰਾਹੀਂ ਉਸਦੀ ਸਾਹਿਤਕਤਾ ਤੱਕ ਪਹੁੰਚਣ ਦੀ ਹਿਮਾਇਤ ਕਰਦਾ ਸੀ। ਇਸ ਦਾ ਦੂਸਰਾ ਸਕੂਲ 16 ਚ ਸਥਾਪਿਤ ਦ ਸੁਸਾਇਟੀ ਫॉर द ਸਟੱਡੀ ਆਫ ਪੋਇਟਿਕਲ ਲੈਂਗੁਏਜ ਸੀ। ਇਸ ਦਾ ਮੋਢੀ ਹੈਗੇ ਸੀ ਵਿਕਟਰ ਸ਼ਕਲੋਵਸਕੀ ਤੇ ਇਹੋ ਇੱਕ ਸਾਹਿਤ ਇਤਿਹਾਸਕਾਰ ਸੀ। ਇਸ ਗਰੁੱਪ ਵਿੱਚ ਬੋਰਿਸ ਆਇਖਨਬਾਮ, ਤੋਮਾਸ਼ੇਵਸਕੀ, ਤਿਆਜ਼ਾਨੋਵ ਆਦि ਚਿੰਤਕ ਸ਼ਾਮਲ ਸੀ ਤੇ ਇਹਨਾਂ ਨੇ 16 ਦੇ ਵਿੱਚ ਹੀ ਕਾਵਿ ਭਾਸ਼ਾ ਦੀ ਸਿਧਾਂਤ ਦਾ ਅਧਿਐਨ ਪੁਸਤਕ ਪ੍ਰਕਾਸ਼ਿਤ ਕੀਤੀ। ਹੁਣ ਇਸ ਦੇ ਸੰਘਰਸ਼ ਤੇ ਵਿਵਾਦ ਦੇ ਸਮੇਂ ਬਾਰੇ ਦੱਸੋ। ਹੁਣ ਕਿਦੋਂ ਤੋਂ ਲੈ ਕੇ 16 ਤੋਂ ਲੈ ਕੇ 21 ਤੱਕ ਸੀ। ਰੂਸੀ ਰੂਪਵਾਦੀਆਂ ਦੇ ਕੁਝ ਮੁੱਢਲੇ ਸਾਲਾਂ ਨੂੰ ਸੰਘਰਸ਼ ਤੇ ਵਿਵਾਦਾਂ ਦਾ ਸਮਾਂ ਕਿਹਾ ਜਾਂਦਾ ਹੈ ਕਿਉਂਕਿ ਰੂਪਵਾਦ ਦਾ ਆਪਣੇ ਸਮੇਂ ਦੀਆਂ ਪ੍ਰਚਲਿਤ ਵਿਧੀਆਂ ਨਾਲ ਵਿਰੋਧ ਸੀ। ਜੋ ਉਸ ਸਮੇਂ ਉਸਦੇ ਨਾਲ ਵਿਧੀਆਂ ਜਨਮੀਆਂ ਸੀ ਉਹਨਾਂ ਦੇ ਨਾਲ ਵੀ ਉਹਨਾਂ ਦਾ ਵਿਰੋਧ ਸੀ। ਇਸ ਕਰਕੇ ਇਸਨੇ ਹਮਲਾਵਰ ਰੁਖ ਵੀ ਅਪਣਾਇਆ ਤੇ ਗੁੱਟਬੰਦੀ ਵੀ ਕੀਤੀ। ਸੰਘਰਸ਼ ਦੇ ਦਿਨਾਂ ਵਿੱਚ ਰੂਪਵਾਦੀਆਂ ਨੇ ਆਪਣਾ ਸਾਰਾ ਜ਼ੋਰ ਰਚਨਾਤਮਕ ਯੁਕਤਾਂ ਦੀ ਹੋਂਦ ਵੱਧ ਮਹੱਤਤਾ ਦੀ ਯੁਗਤਾਂ ਦੀ ਹੱਦੋਂ ਵੱਧ ਮਹੱਤਤਾ ਵਧਾਉਣ ਤੇ ਲਗਾਇਆ ਤੇ ਬਾਕੀ ਸਾਰਾ ਕੁਝ ਉਹਨਾਂ ਨੇ ਤਿਆਗ ਦਿੱਤਾ। ਮਤਲਬ ਜਦੋਂ ਇੱਕ ਦੂਜੇ ਦੇ ਨਾਲ ਲੜਾਈ ਹੁੰਦੀ ਸੀ ਦੂਸਰੀਆਂ ਵਿਧੀਆਂ ਦੇ ਨਾਲ ਜ਼ੋਰ ਜਿਸਦਾ ਚੱਲਦਾ ਹੈਗਾ ਸੀ, ਸੋ ਉਹਨਾਂ ਨੇ ਆਪਣੀ ਜਿਹੜੀ ਰਚਨਾ ਯੁਗਤਾਂ ਦੀ ਜਿਹੜੀ ਇੱਕ ਪੋਪੁਲੈਰਿਟੀ ਸੀ ਉਸਨੂੰ ਵਧਾਉਣ ਵਾਸਤੇ ਬਾਕੀ ਸਾਰਾ ਕੁਝ ਛੱਡ ਦਿੱਤਾ ਤੇ ਉਸ ਦੇ ਉੱਤੇ ਹੀ ਜ਼ੋਰ ਲਗਾ ਦਿੱਤਾ। ਇਸ ਕਰਕੇ ਆਇਖਨਬਾਮ ਆਪ ਵੀ ਇਹ ਸਵੀਕਾਰ ਕਰਦਾ ਹੈ ਕਿ ਇਸ ਸਮੇਂ ਉਹਨਾਂ ਦੇ ਸਿਧਾਂਤ ਵਿੱਚ ਵਿਗਿਆਨਿਕਤਾ ਦੀ ਘਾਟ ਸੀ ਤੇ ਪ੍ਰੋਪੇਗੰਡਾ ਵਧੇਰੇ ਸੀ। ਪ੍ਰੋਪੇਗੰਡਾ ਕੀ ਸੀ? ਇਸ ਨੂੰ ਵੱਧ ਤੋਂ ਵੱਧ ਉੱਚਾ ਕਰਨਾ। ਰੂਸੀ ਰੂਪਵਾਦ 27 ਦੇ ਵਿੱਚ ਵਧੇਰੇ ਵਧਿਆ ਫੁੱਲਿਆ ਪਰ 24 ਤੋਂ ਟ੍ਰਾਟਸਕੀ ਮਾਰਕਸਵਾਦੀ ਜੋ ਚਿੰਤਕ ਸੀ ਦੀ ਕਿਤਾਬ ਸਾਹਿਤਕ ਕ੍ਰਾਂਤੀ ਨਾਲ ਇੱਕ ਨਵਾਂ ਰੱਖਿਆਤਮਕ ਦੌਰ ਸ਼ੁਰੂ ਹੋਇਆ ਤੇ ਇਸ ਨੂੰ ਸ਼ੁੱਧ ਸਾਹਿਤ ਦਾ ਸਕੂਲ ਕਹਿ ਕੇ ਇਸ ਸ਼ੁੱਧੀ ਪਿੱਛੇ ਲੁਕੀ ਅਰਥਹੀਨਤਾ ਨੂੰ ਵੀ ਉਜਾਗਰ ਕੀਤਾ। ਸੋਵੀਅਤ ਸੰਘ ਦੀ ਸਰਕਾਰ ਨੂੰ ਇਸ ਦੀ ਵੱਧਦੀ ਪ੍ਰਸਿੱਧੀ ਕਾਰਨ ਵੀ ਇਸ ਨੂੰ ਕੁਚਲਣਾ ਪਿਆ। ਜਿਹੜੀ ਰੂਪਵਾਦੀ ਆਲੋਚਨਾ ਸੀ ਸਿੱਟੇ ਵਜੋਂ ਸ਼ਕਲੋਵਸਕੀ ਤੇ ਆਇਖਨਬਾਮ ਦਾ ਰੂਸ ਵਿੱਚ ਹੀ ਰਹੇ ਤਾਂ ਉੱਥੇ ਹੀ ਪਾਠ ਆਲੋਚਨਾ ਦਾ ਸੀਮਤ ਤੇ ਰੂਟੀਨ ਜਿਹਾ ਕੰਮ ਕਰਦੇ ਰਹੇ। ਜੈਕਬਨ ਚੈਕੋਸਲੋਵਾਕੀਆ ਦੇ ਸਿਰ ਪ੍ਰਾਗ ਚਲਾ ਗਿਆ। ਉੱਥੇ ਉਸਨੇ ਪ੍ਰਾਗ ਭਾਸ਼ਾ ਸਕੂਲ ਦੀ ਨੀਂਹ ਰੱਖੀ ਤੇ ਚੈਕ ਸੰਰਚਨਾਵਾਦ ਦਾ ਕੀ ਸੀ ਪ੍ਰੇਰਕ ਬਣਿਆ। ਮਤਲਬ ਜਦੋਂ ਇਸ ਨੂੰ ਕੁਚਲਣਾ ਪਿਆ ਤਾਂ ਵੱਖ-ਵੱਖ ਜਿਹੜੇ ਉਹ ਹੋ ਗਏ ਸੀ, ਹਰ ਇੱਕ ਤਾਂ ਵੀ ਆਪਣੇ ਕੰਮ ਜਿਹੜੇ ਹੈਗੇ ਸੀ ਅਲੱਗ-ਅਲੱਗ ਤੌਰ ਤੇ ਕਰਦੇ ਰਹੇ ਸੀ। ਹੁਣ ਇਸ ਦੀ ਸੰਕਲਪਨਾਤਮਕ ਵਿਆਖਿਆ ਮਤਲਬ ਇਸ ਦੇ ਵਿੱਚ ਜਿਹੜੇ ਸਾਨੂੰ ਸੰਕਲਪ ਅਸੀਂ ਪੜ੍ਹਦੇ ਹਾਂ ਉਹਨਾਂ ਦੇ ਬਾਰੇ ਹੈਗੇ। ਕਲਾ ਤੇ ਜੀਵਨ ਚ ਅੰਤਰ। ਰੂਸੀ ਰੂਪਵਾਦੀ ਨੇ ਕਲਾ ਨੂੰ ਜੀਵਨ ਨਾਲੋਂ ਵੱਖਰਾ ਦੱਸਿਆ ਹੈ। ਇਸ ਬਾਰੇ ਉਹਨਾਂ ਦੀ ਚੇਤਨਾ ਭਵਿੱਖਵਾਦੀਆਂ ਤੋਂ ਮਿਲੀ। ਮਤਲਬ ਉਹਨਾਂ ਨੇ ਜਿਹੜੀ ਕਲਾ ਸੀ ਉਸ ਨੂੰ ਜੀਵਨ ਤੋਂ ਅਲੱਗ ਦੱਸਿਆ ਸੀ। ਭਵਿੱਖਵਾਦੀ ਅੰਦੋਲਨ ਤੋਂ ਹੀ ਵਿਗਿਆਨਿਕ ਕਾਵਿ ਸ਼ਾਸਤਰ ਦਾ ਇੱਕ ਅਨੁਕੂਲ ਸਿਸਟਮ ਵਿਕਸਿਤ ਕਰਨ ਦੀ ਚੇਤਨਾ ਪੈਦਾ ਹੋ ਸਕੀ ਜੋ ਰੂਸੀ ਰੂਪਵਾਦੀ ਲਹਿਰ ਦੀ ਉਤਪਤੀ ਵਿੱਚ ਇੱਕ ਵੱਡਾ ਕਾਰਨ ਸਾਬਿਤ ਹੋਇਆ ਤੇ ਇਸ ਨੂੰ ਮੁੱਢਲੀ ਪ੍ਰੇਰਨਾ ਭਵਿੱਖਵਾਦੀਆਂ ਤੋਂ ਮਿਲਦੀ ਰਹੀ। ਮਤਲਬ ਹੁਣ ਦੇਖੋ ਕਿ ਜਿਹੜੀ ਕਲਾ ਜਿਹੜੀ ਹੈਗੀ ਇਸ ਨੂੰ ਜੀਵਨ ਨਾਲੋਂ ਇਹਨਾਂ ਨੇ ਵੱਖਰਾ ਦੱਸਿਆ ਤੇ ਭਵਿੱਖ ਬਾਰੇ ਇਹਨਾਂ ਨੇ ਜੋ ਉਹਨਾਂ ਤੋਂ ਇੱਕ ਤਰੀਕੇ ਨਾਲ ਮਿਲਦੇ ਰਹੀਆਂ ਚੀਜ਼ਾਂ ਉੱਥੋਂ ਉਹਨਾਂ ਨੇ ਇਸ ਦਾ ਇੱਕ ਸਿਸਟਮ ਜਿਹੜਾ ਹੈਗਾ ਸੀ ਵਿਕਸਿਤ ਕਰਨ ਦੀ ਇਹਨਾਂ ਨੂੰ ਚੇਤਨਾ ਪੈਦਾ ਹੋਈ ਸੀ ਤੇ ਜਿਸ ਦੇ ਤੌਰ ਤੇ ਹੀ ਇਹਨਾਂ ਨੇ ਕਲਾ ਤੇ ਜੀਵਨ ਦੇ ਵਿੱਚ ਅੰਤਰ ਦੇ ਬਾਰੇ ਵੀ ਦੱਸਿਆ ਹੈਗਾ। ਰੋਮਨ ਜੈਕਬਸਨ ਕਲਾ ਨੂੰ ਜ਼ਿੰਦਗੀ ਤੋਂ ਇੱਕ ਵੱਖਰੀ ਸਵੀਕਾਰ ਕਰਦਾ ਹੈ ਕਿਉਂਕਿ ਕਲਾ ਦਾ ਸੰਸਾਰ ਉਸਦੀ ਹੋਂਦ ਇਤਿਹਾਸਿਕਤਾ ਮਨੋਵਿਗਿਆਨਿਕਤਾ ਤੇ ਸਮਾਜਿਕਤਾ ਤੋਂ ਵੱਖਰੀ ਹੈ ਕਿਉਂਕਿ ਜੋ ਕਲਾ ਦਾ ਸੰਸਾਰ ਹੁੰਦਾ ਹੈ ਆਮ ਨਾਰਮਲ ਜਿਹੜੀ ਜ਼ਿੰਦਗੀ ਹੁੰਦੀ ਹੈ ਉਸਦੇ ਨਾਲੋਂ ਬਿਲਕੁਲ ਹੀ ਅਲੱਗ ਹੁੰਦਾ ਹੈ। ਜਿਵੇਂ ਫੋਰ ਐਗਜ਼ਾਮਪਲ ਅਸੀਂ ਉਸਦੇ ਵਿੱਚ ਕੁਝ ਵੀ ਸਿਰਜ ਸਕਦੇ ਹਾਂ ਤੇ ਲਾਈਫ ਜਿਹੜੀ ਹੈਗੀ ਆਮ ਨਾਰਮਲ ਉਸਦੇ ਵਿੱਚ ਅਜਿਹਾ ਨਹੀਂ ਹੋ ਸਕਦਾ। ਹੁਣ ਇਸ ਦੇ ਵਿੱਚ ਰੂਪ ਦਾ ਸੰਕਲਪ ਕੀ ਹੈਗਾ ਸੀ। ਰੂਪਵਾਦੀ ਵਿਚਾਰਧਾਰਾ ਦਾ ਆਧਾਰ ਰੂਪ ਦਾ ਸੰਕਲਪ ਹੈ। ਰੂਪ ਦਾ ਇਹ ਸੰਕਲਪ ਅਰਸਤੂ ਦੇ ਸਮੇਂ ਤੇ ਹੀ ਪ੍ਰਚਲਿਤ ਸੀ ਪਰ ਸਮੇਂ ਦੇ ਬੀਤਣ ਨਾਲ ਰਚਨਾ ਨੂੰ ਸਮੁੱਚਾ ਰੂਪ ਮੰਨਣ ਦੀ ਬਜਾਏ ਉਸ ਨੂੰ ਵਸਤੂ ਤੇ ਰੂਪ ਦੀ ਦਵੈਤ ਵਿੱਚ ਵੰਡ ਕੇ ਦੇਖਣ ਦਾ ਰਿਵਾਜ ਤੁਰ ਪਿਆ। ਮਤਲਬ ਪਹਿਲੋਂ ਜਿਹੜਾ ਹੈਗਾ ਸੀ ਪੂਰੇ ਓਵਰਆਲ ਰਚਨਾ ਨੂੰ ਹੀ ਮੰਨਿਆ ਜਾਂਦਾ ਸੀ, ਬਾਅਦ ਵਿੱਚ ਇਸ ਨੂੰ ਵਿਸ਼ਾ ਤੇ ਰੂਪ ਦੇ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਵੰਡ ਕੇ ਦੇਖਣਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਰੂਪ ਨੂੰ ਇੱਕ ਭਾਂਡਾ ਤੇ ਵਸਤੂ ਉਸ ਵਿੱਚ ਪਈ ਸਮੱਗਰੀ ਸਮਝਿਆ ਜਾਣ ਲੱਗ ਪਿਆ। ਮਤਲਬ ਜਿਹੜਾ ਵਿਸ਼ਾ ਹੈਗਾ ਸੀ ਉਸ ਨੂੰ ਵਸਤੂ ਬਣਾ ਦਿੱਤਾ ਤੇ ਭਾਂਡਾ ਜਿਸ ਦੇ ਵਿੱਚ ਉਸਨੂੰ ਢਾਲਿਆ ਜਾਂਦਾ ਸੀ। ਪਰ ਰੂਪਵਾਦੀ ਵਿਚਾਰਧਾਰਾ ਵਿੱਚ ਰੂਪ ਸੰਕਲਪ ਤੋਂ ਭਾਵ ਵਸਤੂ ਦੇ ਰੂਪ ਦੇ ਸਮੁੱਚੇ ਤੋਂ ਹੈ। ਰੂਪਵਾਦ ਮਤਲਬ ਪੂਰੇ ਦੇ ਪੂਰੀ ਰਚਨਾ ਦੇ ਬਾਰੇ ਹੀ ਅਧਿਐਨ ਕਰਨਾ, ਨਾ ਕਿ ਇਸ ਨੂੰ ਵਿਸ਼ੇ ਤੇ ਰੂਪ ਚ ਵੰਡਣਾ।
ਸਾਹਿਤਕ ਭਾਸ਼ਾ ਜਾਂ ਕਾਵਿ ਭਾਸ਼ਾ ਰੂਪਵਾਦੀ ਨੇ ਸਾਹਿਤਕ ਭਾਸ਼ਾ ਤੇ ਆਮ ਜੀਵਨ ਦੀ ਭਾਸ਼ਾ ਵਿਚਕਾਰ ਵੀ ਨਿਖੇੜਾ ਸਥਾਪਿਤ ਕੀਤਾ ਹੈ। ਉਹਨਾਂ ਅਨੁਸਾਰ ਨਿੱਤ ਵਰਤੋਂ 'ਚ ਆਉਂਦੀ ਬੋਲਚਾਲ ਭਾਸ਼ਾ ਸੰਚਾਰ ਦੇ ਮਹੱਤਵ ਲਈ ਵਰਤੀ ਜਾਂਦੀ ਹੈ। ਇਸ ਨੂੰ ਦੁਹਰਾਓ ਕਾਰਨ ਨਵੀਨਤਾ ਇਸ ਦੀ ਖਤਮ ਹੋ ਜਾਂਦੀ ਹੈ। ਪਰ ਸਾਹਿਤਕ ਭਾਸ਼ਾ ਵਿੱਚ ਸੰਦੇਸ਼ ਦੇ ਨਾਲ ਨਾਲ ਸੋਚ ਨੂੰ ਵੀ ਧਿਆਨ ਰੱਖਿਆ ਜਾਂਦਾ ਹੈ। ਮਤਲਬ ਜਿਵੇਂ ਆਮ ਅਸੀਂ ਨੋਰਮਲ ਭਾਸ਼ਾ ਬੋਲਦੇ ਹਾਂ, ਹੁਣ ਅਸੀਂ ਇਹੋ ਹੀ ਵਰਡ ਇੱਕ ਵਰਡ ਨੂੰ ਰਿਪੀਟ ਤੇ ਕਿੰਨੀ ਵਾਰੀ ਬੋਲਦੇ ਹਾਂ ਲਾਈਫ ਆਪਣੇ ਪੂਰੇ ਦਿਨ ਦੇ ਵਿੱਚ ਹੀ, ਚਲੋ ਦੇਖ ਲਓ, ਤਾਂ ਮਤਲਬ ਕਿ ਇਸ ਦੀ ਨਵੀਨਤਾ ਖਤਮ ਹੋ ਜਾਂਦੀ ਹੈ। ਪਰ ਸਾਹਿਤਕ ਭਾਸ਼ਾ ਹੁੰਦੀ ਹੈ ਅਸੀਂ ਇੱਕ ਜਿਹੜਾ ਵਰਡ ਯੂਜ਼ ਕਰ ਲੈਂਦੇ ਹਾਂ ਉਸਦੀ ਜਗ੍ਹਾ ਅਸੀਂ ਕੁਝ ਨਵਾਂ ਵਰਡ ਫਿਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਥੋੜਾ ਜਿਹਾ ਇੰਟਰਸਟ ਸੁਹਜ ਬਣਿਆ ਜਾ ਸਕੇ। ਬੋਲਚਾਲੀ ਭਾਸ਼ਾ ਦੀ ਵਿੱਚ ਪ੍ਰਮੁੱਖਤਾ ਜਿਹੜੀ ਹੈਗੀ ਹੈ ਸੰਦੇਸ਼ ਨੂੰ ਹੀ ਪ੍ਰਾਪਤ ਹੈ। ਸੰਦੇਸ਼ ਜਿਹੜਾ ਹੈਗਾ ਬੋਲਚਾਲੀ ਭਾਸ਼ਾ ਦਾ ਕੀ ਹੁੰਦਾ ਹੈ, ਉਦੇਸ਼ ਹੁੰਦਾ ਹੈ। ਬੋਲਚਾਲ ਦਾ ਮਤਲਬ ਅਸੀਂ ਸੰਦੇਸ਼ ਦੇਣਾ, ਪਰ ਸਾਹਿਤਕ ਭਾਸ਼ਾ ਵਿੱਚ ਜਿਹੜਾ ਹੈਗਾ ਵਾ ਸੰਦੇਸ਼ ਮਤਲਬ ਜਿਹੜੀ ਆਮ ਭਾਸ਼ਾ ਸਾਹਿਤਕ ਦੂਸਰੀ ਹੁੰਦੀ ਹੈ ਰਚਨਾਵਾਂ ਵਾਲੀ, ਉਸਦਾ ਮੇਨ ਉਦੇਸ਼ ਕੀ ਹੁੰਦਾ, ਸੰਦੇਸ਼ ਨਹੀਂ ਹੁੰਦਾ। ਇਸਦਾ ਕੀ ਹੁੰਦਾ ਹੈ, ਸੁਹਜਾਤਮਕ ਸੰਚਾਰ ਹੁੰਦਾ ਹੈ। ਸੁਹਜ ਸਾਹਿਤਕ ਭਾਸ਼ਾ ਵਿੱਚ ਪਹਿਲਾ ਹੁੰਦਾ ਹੈ ਕਿ ਅਗਲੇ ਨੂੰ ਸੁਹਜ ਦੇਣਾ, ਸੰਤੁਸ਼ਟੀ, ਉਸਨੂੰ ਆਨੰਦਿਤ ਕਰਨਾ। ਇਸ ਤਰ੍ਹਾਂ ਸਾਹਿਤਕ ਭਾਸ਼ਾ ਜਿਹੜਾ ਹੈਗਾ ਵਾ ਸੰਦੇਸ਼ ਸੰਚਾਰ ਲਈ ਸਿਰਫ ਇੱਕ ਸਾਧਨ ਹੀ ਨਹੀਂ ਹੁੰਦਾ ਬਲਕਿ ਆਪਣੇ ਆਪ ਵਿੱਚ ਇੱਕ ਉਦੇਸ਼ ਵੀ ਹੁੰਦਾ ਹੈ। ਤੇ ਇਸ ਦੇ ਵਾਸਤੇ ਸਾਹਿਤਕਾਰ ਜਿਹੜੀ ਨਿਵੇਕਲੀ ਭਾਸ਼ਾ ਵੀ ਕੱਢਦਾ ਹੈ। ਅੱਗੇ ਆਂਦਾ ਸਾਡੇ ਕੋਲ ਰੂਪਸੀ ਰੂਪਵਾਦ ਦੇ ਵਿੱਚ ਅਜਨਬੀਕਰਨ ਦਾ ਇੱਕ ਸੰਕਲਪ ਜਿਹੜਾ ਨੈਕਸਟ, ਇਹ ਵੀ ਇੱਕ ਇਸ ਦੀ ਪ੍ਰਮੁੱਖਤਾ ਹੈ ਜੋ ਸਾਹਿਤ ਆਲੋਚਨਾ ਦੇ ਖੇਤਰ 'ਚ ਬੜੀ ਹਰਮਨ ਪਿਆਰੀ ਹੋਈ ਹੈ। ਵਿਕਟਰ ਸ਼ਕਲੋਵਸਕੀ ਦੇ ਅਜਨਬੀਕਰਨ ਦੇ ਸਿਧਾਂਤ ਨੇ ਆਪਣੀ ਨਵੀਨਤਾ ਕਾਰਨ ਸਭ ਦਾ ਧਿਆਨ ਆਕਰਸ਼ਿਤ ਕੀਤਾ ਹੈ। ਹੁਣ ਦੇਖੋ ਉਸਨੇ ਕਿਹਾ ਹੈ ਕਿ ਕਾਵਿ ਦਾ ਉਦੇਸ਼ ਮਨੁੱਖ ਦੇ ਪ੍ਰਤੱਖਣ ਦੀਆਂ ਸਾਰੀਆਂ ਸਧਾਰਨ ਵਿਧੀਆਂ ਨੂੰ ਭੰਗ ਕਰਨਾ ਹੈ। ਕਵੀ ਜਾਂ ਸਾਹਿਤਕਾਰ ਦੁਨੀਆ ਨੂੰ ਇਸੇ ਸਧਾਰਨ ਵਿਧੀਆਂ ਨਾਲ ਦੇਖਣ ਦੀ ਪ੍ਰਕਿਰਿਆ ਨੂੰ ਤੋੜਦਾ ਹੈ। ਸਾਹਿਤਕਾਰ ਵਸਤੂ ਸੰਸਾਰ ਦੀਆਂ ਵਸਤਾਂ, ਘਟਨਾਵਾਂ, ਪਰਿਸਥਿਤੀਆਂ ਨੂੰ ਅਜਨਬੀਕ੍ਰਿਤ ਕਰਕੇ ਸਾਹਿਤ ਵਿੱਚ ਸਾਡਾ ਧਿਆਨ ਖਿੱਚਦਾ ਹੈ। ਰੂਪਵਾਦੀ ਨੇ ਕਾਵਿ ਵਿੱਚ ਪਾਠਕ ਦੀ ਪ੍ਰਤੱਖਣ ਕਿਰਿਆ ਨੂੰ ਲੰਬਾ ਕਰਨ ਦੇ ਉੱਤੇ ਜ਼ੋਰ ਦਿੱਤਾ। ਮਤਲਬ ਉਹਨਾਂ ਨੇ ਕਿਹਾ ਵਾ ਕਿ ਜਿਹੜਾ ਕਾਵਿ ਮੇਨ ਹੁੰਦਾ ਹੈ, ਜਿਹੜੀ ਅਸੀਂ ਕਵਿਤਾ ਪੜ੍ਹਦੇ ਹਾਂ, ਉਸਦਾ ਮੇਨ ਉਦੇਸ਼ ਕੀ ਹੁੰਦਾ ਹੈ, ਮਨੁੱਖ ਦੇ ਪ੍ਰਤੱਖਣ ਦੀਆਂ ਸਾਰੀਆਂ ਵਿਧੀਆਂ ਨੂੰ ਭੰਗ ਕਰਨਾ। ਮਤਲਬ ਜੋ ਇਨਸਾਨ ਜਿਸ ਤਰੀਕੇ ਦੇ ਨਾਲ ਦੇਖਦਾ ਪਿਆ ਹੈਗਾ ਵਾ, ਇਹ ਜਿਹੜੀਆਂ ਨੋਰਮਲ, ਠੀਕ ਹੈ, ਉਸ ਨੂੰ ਤੋੜਨਾ, ਅਲੱਗ ਹੀ ਤਰੀਕੇ ਦੇ ਨਾਲ ਉਸਨੂੰ ਦਿਖਾਣਾ। ਉਹਨਾਂ ਅਨੁਸਾਰ ਕਾਵਿ ਕਿਰਤ ਦੀ ਸਫਲਤਾ ਪਾਠਕ ਦਾ ਧਿਆਨ ਵੱਧ ਤੋਂ ਵੱਧ ਸਮੇਂ ਲਈ ਖਿੱਚਣ ਦੀ ਸਮਰੱਥਾ ਤੇ ਨਿਰਭਰ ਹੈ। ਰੂਪਵਾਦੀਆਂ ਦਾ ਅਜਨਬੀਕਰਨ ਸਿਧਾਂਤ ਸ਼ੈਲੀ ਵਿਗਿਆਨ ਦੇ ਉਲੰਘਣ ਦੇ ਸਿਧਾਂਤ ਨਾਲ ਮਿਲਦਾ ਜੁਲਦਾ ਹੈ। ਉਹਨਾਂ ਨੇ ਅਜਨਬੀਕਰਨ ਦੀ ਇਸ ਜੁਗਤ ਸਿਧਾਂਤ ਨੂੰ ਸਿਰਫ ਕਾਵਿ ਤੱਕ ਹੀ ਸੀਮਤ ਨਹੀਂ ਰੱਖਿਆ, ਮਤਲਬ ਗਲਪ ਦੇ ਵਿੱਚ ਵੀ ਲੈ ਕੇ ਐਗਜ਼ਾਮਪਲ ਉਹਨਾਂ ਨੇ ਕਾਵਿ ਦੀ ਦਿੱਤੀ ਹੈ। ਮਤਲਬ ਕਿ ਜਿਹੜਾ ਕਵਿਤਾ ਹੁੰਦੀ ਹੈ ਨਾ, ਉਸਦੇ ਵਿੱਚ ਜਿਹੜਾ ਉਸਦਾ ਰਚਨਾ ਹੁੰਦੀ ਹੈ, ਉਹ ਤੁਹਾਨੂੰ ਕੀ ਕਰਦਾ ਹੈ ਰਚਨਾ, ਕਿ ਨੋਰਮਲ ਜਿਹੜੀ ਚੀਜ਼ ਹੁੰਦੀ ਹੈ ਉਸ ਤੋਂ ਤੁਹਾਨੂੰ ਅਲੱਗ ਹੀ ਉੱਥੇ ਚੀਜ਼ ਦੇਖਣ ਨੂੰ ਮਿਲਦੀ ਹੈਗੀ। ਹੁਣ ਅਸੀਂ ਜਿਹੜਾ ਕਵੀ ਸਿਰਜਦਾ ਹੈਗਾ ਜੋ ਸੰਸਾਰ, ਠੀਕ ਹੈ, ਇੱਕ ਅਜਨਬੀ ਸੰਸਾਰ ਹੀ ਤੁਸੀਂ ਸਮਝ ਸਕਦੇ ਹੋ ਜੋ ਕਿ ਨੋਰਮਲ ਦਿੱਤੇ ਸੰਚਾਰ ਨਾਲੋਂ ਕਾਫੀ ਇੱਕ ਅਲੱਗ ਹੁੰਦਾ, ਜੋ ਉਸਦੇ ਵਿੱਚ ਅਸੀਂ ਨਹੀਂ ਸੋਚ ਸਕਦੇ ਉਸ ਦੇ ਵਿੱਚ ਹੁੰਦਾ ਹੈ ਅਜਨਬੀ, ਠੀਕ ਹੈ, ਕਹਿ ਸਕਦੇ ਉਸਨੂੰ। ਸੋ ਇਹ ਕਿ ਸਾਡਾ ਮੇਨ ਉਸਦਾ ਪਰਪਸ ਕੀ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਦੇ ਥਰੂ ਜਿਹੜਾ ਪੜ੍ਹਨ ਵਾਲਾ ਹੈ ਉਸਨੂੰ ਜ਼ਿਆਦਾਤਰ ਕੀ ਕਹਵਾ ਆਪਣੇ ਨਾਲ ਜੋੜ ਕੇ ਰੱਖੇ, ਅਲੱਗ-ਅਲੱਗ ਚੀਜ਼ਾਂ ਉਸਨੂੰ ਪੇਸ਼ ਕਰੇ ਤਾਂ ਕਿ ਜਿਹੜਾ ਪੜ੍ਹਨ ਵਾਲਾ ਇੰਟਰਸਟ ਦੇ ਨਾਲ ਉਸ ਚੀਜ਼ ਨਾਲ ਜੁੜਿਆ ਰਹੇ ਤੇ ਉਸਨੂੰ ਪੜ੍ਹਿਆ ਰਹੇ। ਤੇ ਇਹ ਜਿਹੜਾ ਹੈਗਾ ਵਾ ਸ਼ੈਲੀ ਵਿਗਿਆਨ ਦੇ ਉਲੰਘਣ ਦੇ ਸਿਧਾਂਤ ਦੇ ਨਾਲ ਮਿਲਦਾ ਜੁਲਦਾ, ਮਤਲਬ ਅਜਨਬੀ ਸੰਸਾਰ ਉਹ ਸਿਰਜਦਾ ਹੈ ਜੋ ਕਿ ਪਾਠਕ ਦਾ ਧਿਆਨ ਖਿੱਚਦਾ ਹੈ। ਗਲਪ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੁੰਦਾ ਹੈ। ਅੱਗੇ ਆਇੰਦ ਥੀਮ, ਤੋਮਾਸ਼ੇਵਸਕੀ ਨੇ ਆਪਣੇ ਨਿਬੰਧ ਵਿੱਚ ਇਸ ਸੰਕਲਪ ਦੀ ਵਿਸਥਾਰਪੂਰਵਕ ਚਰਚਾ ਕੀਤੀ ਹੈ। ਉਸ ਅਨੁਸਾਰ ਕਿਸੇ ਰਚਨਾ ਦੇ ਵੱਖ-ਵੱਖ ਅੰਗ ਕਿਸੇ ਸਮੁੱਚ ਵਿੱਚ ਬੱਝ ਕੇ ਕਿਸੇ ਥੀਮ ਜਾਂ ਵਿਚਾਰ ਨੂੰ ਪੇਸ਼ ਕਰਦੇ ਹਨ। ਰਚਨਾ ਵਿੱਚ ਜੋ ਕੁਝ ਕਿਹਾ ਹੈ ਉਸਨੂੰ ਥੀਮ ਕਹਿੰਦਾ ਹੈਗਾ। ਮਤਲਬ ਉਹਨਾਂ ਨੇ ਕਿਹਾ ਹੈਗਾ ਵਾ ਕਿ ਜਿਹੜੀ ਆਮ ਜਿਵੇਂ ਰਚਨਾ ਹੈਗੀ ਹੈ, ਛੋਟੇ-ਛੋਟੇ ਇਸਦੇ ਜਿਹੜੇ ਅੰਗ ਹੈਗੇ ਨੇ ਇੱਕ ਸਮੁੱਚ ਦੇ ਵਿੱਚ, ਹੁਣ ਪੈਰਾ ਹੀ ਦੇਖ ਲਓ, ਵਰਡਸ ਹੈਗੇ ਨੇ, ਸਮੁੱਚ ਦੇ ਵਿੱਚ ਆ ਕੇ ਇੱਕ ਲਾਈਨ ਕ੍ਰੀਏਟ ਕਰਦੇ, ਉਸਦਾ ਮਤਲਬ ਨਿਕਲਦਾ ਹੈ, ਫਿਰ 3 4 5 6 ਇਹ ਪੂਰਾ ਪੈਰੇ ਦੇ ਰੂਪ ਵਿੱਚ ਆਇਂਦਾ ਹੈ। ਥੀਮ ਇਹਨਾਂ ਨੇ ਕਹਿ ਦਿੱਤਾ। ਹਰ ਉਚਾਰ ਰਚਨਾ ਜਿਸਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ, ਉਸਦਾ ਕੋਈ ਨਾ ਕੋਈ ਥੀਮ ਵੀ ਜ਼ਰੂਰ ਹੁੰਦਾ ਹੈ। ਮੇਨ ਇਸ ਕਨਸੈਪਟ ਦੇ ਬਾਰੇ ਅਸੀਂ ਕੀ ਪੜ੍ਹਦੇ ਪਏ ਹੈਗੇ ਆ, ਇਹ ਥੀਮ ਹੈਗਾ, ਮਤਲਬ ਸਾਨੂੰ ਰੂਪਵਾਦ ਬਾਰੇ ਪੜ੍ਹਨ ਨੂੰ ਦਿੱਤਾ, ਸਮੁੱਚ ਹੈਗਾ ਇਹ, ਠੀਕ ਹੈ। ਤੇ ਥੀਮ ਦੀ ਇਕਾਈ ਛੋਟੀ ਤੋਂ ਛੋਟੀ ਵੀ ਹੋ ਸਕਦੀ ਹੈ ਤੇ ਵੱਡੀ ਤੋਂ ਵੱਡੀ ਵੀ। ਹੁਣ ਛੋਟੇ ਤੋਂ ਛੋਟਾ ਵਰਡ ਜਿਹੜਾ ਹੈਗਾ ਵਾ ਉਹ ਵੀ ਇੱਕ ਥੀਮ ਹੋ ਸਕਦੀ ਹੈ, ਇੱਕ ਪੂਰੇ ਦਾ ਪੂਰਾ ਪੈਰਾ ਉਹ ਵੀ ਥੀਮ ਹੋ ਸਕਦੀ ਹੈ, ਇੱਕ ਵਾਕ ਦਾ ਵੀ ਥੀਮ ਹੋ ਸਕਦਾ ਹੈ, ਨਾਵਲ ਦੇ ਵੱਖੋ ਵੱਖਰੇ ਹਿੱਸਿਆਂ ਸਮੁੱਚ ਦਾ ਵੀ ਨਾਵਲ ਦਾ ਇੱਕ ਥੀਮ ਹੋ ਸਕਦਾ ਹੈ। ਥੀਮ ਮਤਲਬ ਜਿੱਥੋਂ ਸਾਨੂੰ ਕੋਈ ਅਰਥ ਜਿਹੜਾ ਮਿਲੇ। ਉਸ ਤੋਂ ਬਾਅਦ ਫੁਬੈਲਾ ਤੇ ਸੁਜੇਤ,
कथा ते कथानक। रूसी रूपवादियों ने गल्प ਸਾਹਿਤ ਵਿੱਚ ਅਜਨਬੀਕਰਨ ਬਾਰੇ ਚਰਚਾ ਕਰਦਿਆਂ ਸੁਜੇਤ ਤੇ ਫੁਬੈਲਾ ਦੀ ਵਰਤੋਂ ਕੀਤੀ। ਫੁਬੈਲਾ ਘਟਨਾਵਾਂ ਦੀ ਕੱਚੀ ਸਮੱਗਰੀ ਹੁੰਦੀ ਹੈ। ਫੁਬੈਲਾ ਇੱਕ ਕਿਸਮ ਦੀ ਲਕੀਰੀ ਕਹਾਣੀ ਹੁੰਦੀ। ਦੂਜੇ ਸ਼ਬਦਾਂ 'ਚ ਤੱਥਾਂ ਜਾਂ ਘਟਨਾਵਾਂ ਦਾ ਰੇਖਕੀ ਬਿਰਤਾਂਤ ਸੁਜੇਤ ਹੈ। ਇਹਨਾਂ ਘਟਨਾਵਾਂ ਨੂੰ ਲੇਖਕ ਅਜਨਬੀਕ੍ਰਿਤ ਕਰਕੇ ਕਹਾਣੀ ਨਾਵਲ 'ਚ ਪੇਸ਼ ਕਰਦਾ। ਮਤਲਬ ਜਿਵੇਂ ਕਹਿ ਲਓ ਨਾ ਕਿ ਕਿਤੋਂ ਕੱਚੀ ਸਮੱਗਰੀ ਹੁੰਦੀ ਹੈ, ਚੀਜ਼ ਫੜ ਲਈ, ਉਹਦੇ ਉੱਤੇ ਕਲਪਨਾ ਦਾ ਅੰਸ਼ ਜੋੜ ਕੇ ਉਸਨੂੰ ਆਪਣੀ ਰਚਨਾਵਾਂ ਦੇ ਵਿੱਚ ਪੇਸ਼ ਕਰਨਾ। ਕੋਈ ਵੀ ਤੁਸੀਂ ਟੌਪਿਕ ਆਲੇ ਦੁਆਲੇ ਹੁਣ ਜਾਂਦੇ ਜਾਂਦੇ ਕੋਈ ਲੇਖਕ ਹੁੰਦਾ, ਉਸਦਾ ਕਿਸੇ ਵੀ ਚੀਜ਼ ਦੇ ਉੱਤੇ ਧਿਆਨ ਪੈ ਜਾਂਦਾ, ਉਹਨੇ ਮਨ 'ਚ ਮਨ ਸੋਚ ਲਿਆ ਮੈਂ ਇਸਨੂੰ ਆਪਣੀ ਰਚਨਾ ਵਾਸਤੇ ਯੂਜ਼ ਕਰਾਂਗਾ, ਉਹ ਉਸਦੀ ਹੋ ਗਈ ਕੱਚੀ ਸਮੱਗਰੀ। ਦੂਜੇ ਸ਼ਬਦਾਂ ਵਿੱਚ ਨਾਵਲ ਜਾਂ ਕਹਾਣੀ ਵਿੱਚ ਜੋ ਕਥਾ ਹੈ ਉਹ ਫੁਬੇਲਾ ਹੈ, ਠੀਕ ਹੈ। ਤੇ ਉਸ ਕਥਾ ਨੂੰ ਰੋਚਕ ਢੰਗ ਨਾਲ ਅਜਨਬੀਕ੍ਰਿਤ ਕਰਕੇ ਲੇਖਕ ਜਿਸ ਪ੍ਰਬੰਧ ਕਥਾਨਕ 'ਚ ਢਾਲਦਾ ਹੈ ਉਹ ਸੁਜੇਤ ਹੈਗਾ। ਹੋ ਗਿਆ। ਇਸ ਦੇ ਵਿੱਚ ਕਥਾ ਯਾਨੀ ਕਿ ਫੁਬੇਲਾ ਜਿਹੜੇ ਕਿ ਛੋਟਾ ਜਿਹਾ ਕਨਸੈਪਟ ਜਿਸ ਨੂੰ ਲੈਣਾ ਹੈ ਇੱਕ ਵਿਸ਼ਾ ਤੇ ਜਿਸ ਦੇ ਵਿੱਚ ਉਸਨੂੰ ਢਾਲਣਾ ਹੈ ਕਥਾਨਕ, ਉਹ ਕੀ ਹੋ ਗਿਆ ਸੁਜੇਤ। ਕਥਾ ਦੀ ਪੇਸ਼ਕਾਰੀ ਦੀ ਵਿਧੀ ਜਾਂ ਢੰਗ ਨੂੰ ਸੁਜੇਤ ਕਿਹਾ ਜਾਂਦਾ ਹੈ। ਮੇਨ ਹੀ ਸਿੰਪਲ ਜਿਹਾ ਸੀ ਇਹ ਵੀ। ਅੱਗੇ ਆ ਜਾਂਦਾ ਸਾਡੇ ਕੋਲ ਵਿਗੋਪਨ ਕੀ ਹੁੰਦਾ ਹੈ। ਵਿਗੋਪਨ ਦਾ ਸੰਕਲਪ ਥੀਮ ਦੀ ਪੇਸ਼ਕਾਰੀ ਦੇ ਨਾਲ ਸੰਬੰਧਿਤ। ਨਾਵਲ ਜਾਂ ਕਹਾਣੀ ਵਿੱਚ ਕਥਾ ਦੇ ਆਰੰਭ ਹੋਣ ਤੋਂ ਪਹਿਲਾਂ ਜਿਹੜੀ ਭੂਮਿਕਾ ਦੇਣੀ ਪੈਂਦੀ ਜਾਂ ਪਾਤਰਾਂ ਬਾਰੇ ਜਾਣਕਾਰੀ ਜਾਂ ਉਹਨਾਂ ਦੇ ਅੰਤਰ ਸੰਬੰਧਾਂ ਬਾਰੇ ਜਿਹੜੇ ਵੇਰਵੇ ਦੇਣੇ ਪੈਂਦੇ ਉਹਨਾਂ ਨੂੰ ਵਿਗੋਪਨ ਕਿਹਾ ਜਾਂਦਾ ਹੈ। ਸਟਾਰਟਿੰਗ ਦੇ ਵਿੱਚ ਸਰਲ ਸ਼ਬਦਾਂ 'ਚ ਕਥਾਕਾਰ ਜਾਂ ਬਿਰਤਾਂਤਕਾਰ ਨੇ ਆਪਣੇ ਬਿਰਤਾਂਤ ਪ੍ਰਬੰਧ ਵਿੱਚ ਜਿਹੜੇ ਪਾਤਰ ਦਾ ਤਾਣਾ ਬਾਣਾ ਬੁਣਿਆ ਉਹ ਸਾਰੇ ਇਸ ਦੇ ਵਿੱਚ ਹੁੰਦੇ ਨੇ। ਤਾਣੇ ਬਾਣੇ 'ਚ ਪਾਤਰ ਦੂਜੇ ਪਾਤਰਾਂ ਨਾਲ ਪਰਿਸਥਿਤੀਆਂ ਨਾਲ ਬੱਝੇ ਹੁੰਦੇ ਨੇ ਤੇ ਉਸਨੂੰ ਦੱਸਣ ਜਾਂ ਖੋਲਣ ਦੀ ਪ੍ਰਕਿਰਿਆ ਨੂੰ ਵਿਗੋਪਨ ਕਿਹਾ ਜਾਂਦਾ ਹੈ। ਮਤਲਬ ਜਿਵੇਂ ਆਂਦਾ ਨਾ ਕਿ ਨਾਮ ਦਿੱਤਾ ਜਾਂਦਾ ਕਿ ਇਸਦਾ ਰਿਸ਼ਤਾ ਹੈ, ਦੂਸਰਾ ਉਸਦਾ ਕੀ ਰਿਸ਼ਤਾ ਹੈਗਾ, ਠੀਕ ਹੈ, ਕਰੈਕਟਰ ਕੀ ਹੈਗਾ। ਸੋ ਇਸਨੇ ਇਸਨੂੰ ਤਿੰਨ ਕਿਸਮ ਦੇ ਵਿਗੋਪਨਾਂ ਦੀ ਗੱਲ ਕੀਤੀ ਸੀ। ਫੌਰੀ ਵਿਗੋਪਨ, ਇਸ ਦਾ ਅਰਥ ਹੈ ਪਾਤਰਾਂ ਦੇ ਆਪਸੀ ਅੰਤਰ ਸੰਬੰਧ ਨੂੰ ਤੱਟ-ਫੱਟ ਖੋਲ ਦੇਣਾ। ਵਿਲੰਬਿਤ ਯਾਨੀ ਕਿ ਥੋੜਾ ਜਿਹਾ ਇਸਨੂੰ ਖਿੰਡਵੇਂ ਰੂਪ ਦੇ ਹਿੱਸਿਆਂ ਦੇ ਵਿੱਚ ਵੰਡਣਾ। ਤੇ ਸਥਾਨਾਂਤਰਿਤ ਵਿਗੋਪਨ, ਇਸ ਵਿੱਚ ਕੁਝ ਕੁ ਜਾਣਕਾਰੀ ਦਾ ਖੁਲਾਸਾ ਆਰੰਭ ਦੇ ਵਿੱਚ, ਕੁਝ ਕੁ ਲੋੜ ਅਨੁਸਾਰ ਜਿਹੜੀ ਸਥਿਤੀ ਪੈਦਾ ਹੋਵੇ ਉਦੋਂ ਦੇਣਾ, ਠੀਕ ਹੈ। ਬਿਰਤਾਂਤਕਾਰ ਦੀ ਜਿਹੜੀ ਹੈਗੀ ਵੰਡ ਵਰਗ। ਥੀਮ ਦੀ ਪੇਸ਼ਕਾਰੀ, ਜਿਹੜੀ ਅਸੀਂ ਪਿੱਛੇ ਥੀਮ ਪੜ੍ਹੀ ਸੀ, ਪੇਸ਼ਕਾਰੀ ਕਰਨ ਵੇਲੇ ਬਿਰਤਾਂਤਕਾਰ ਨੂੰ ਰੂਸੀ ਰੂਪਵਾਦੀਆਂ ਨੇ ਦੋ ਵਰਗ 'ਚ ਵਰਤਿਆ ਸੀ। ਪਹਿਲੀ ਦੇ ਬਿਰਤਾਂਤਕਾਰ ਸਰਵਗਿਆਨੀ ਹੁੰਦੇ ਨੇ। ਇਸ ਕਿਸਮ ਦੇ ਬਿਰਤਾਂਤਕਾਰ ਕਥਾ ਪ੍ਰਬੰਧ 'ਚ ਵਿਚਰਨ ਵਾਲੇ ਪਾਤਰਾਂ ਤੇ ਪਰਿਸਥਿਤੀਆਂ ਦੇ ਰਾਗ ਹੁੰਦੇ ਨੇ। ਇਹ ਬਿਰਤਾਂਤ ਪਾਤਰਾਂ ਬਾਰੇ ਹਰ ਕਿਸਮ ਦੀ ਜਾਣਕਾਰੀ ਰੱਖਦੇ ਨੇ। ਜਦੋਂ ਪਾਤਰ ਬਾਹਰਮੁਖੀ ਪ੍ਰਤੀਕਿਰਿਆ ਕਰ ਰਿਹਾ ਹੋਵੇ ਤਾਂ ਇਹ ਜਾਣਦੇ ਨੇ ਕਿ ਪਾਤਰ ਦੀ ਮਾਨਸਿਕ ਸਥਿਤੀ ਕੀ ਹੈ। ਇਹ ਪਾਤਰਾਂ ਦੇ ਬਾਹਰੀ ਤੇ ਅੰਦਰ ਦੋਵੇਂ ਪੱਖਾਂ 'ਚ ਸਮਤੋਲ ਰਾਹੀਂ ਪੇਸ਼ ਕਰਦੇ ਨੇ। ਸੀਮਤ ਗਿਆਨੀ ਬਿਰਤਾਂਤਕਾਰ ਪਾਤਰਾਂ ਨਾਲ ਹਰ ਸਮੇਂ ਤੁਰਿਆ ਫਿਰਿਆ ਨਹੀਂ ਰਹਿੰਦਾ। ਪਾਤਰਾਂ ਦੇ ਨੇੜੇ ਹੋ ਕੇ ਸਥਿਤੀ ਨੂੰ ਉਦੋਂ ਹੀ ਪੇਸ਼ ਕਰਦਾ ਜੋ ਅਜਿਹਾ ਕਰਨ ਲਈ ਮਾਹੌਲ ਪੈਦਾ ਕਰਦਾ। ਮਤਲਬ ਇੱਕ ਆਇੰਦਾ ਹੈਗਾ ਵਾ ਸਰਵ ਗਿਆਨੀ, ਜਿਸ ਨੂੰ ਪਾਤਰਾਂ ਦੇ ਬਾਰੇ ਹਰ ਇੱਕ ਤਰੀਕੇ ਦੀ ਨੌਲੇਜ ਹੁੰਦੀ ਹੈ ਕਿ ਉਹ ਜਦੋਂ ਇਸ ਸਿਚੁਏਸ਼ਨ 'ਚ ਹੋਏਗਾ ਕਿਸ ਤਰੀਕੇ ਦਾ ਫੀਲ ਕਰੇਗਾ, ਉਸਨੂੰ ਉਸੇ ਤਰੀਕੇ ਦੇ ਬਾਰੇ ਉਹ ਦੱਸਦਾ ਹੈਗਾ ਵਾ। ਦੂਸਰਾ ਇਹੋ ਜਿਹਾ ਹੁੰਦਾ ਹੈ ਜਿਸਨੂੰ ਸੀਮਤ ਜਿਹਾ ਗਿਆਨ ਹੁੰਦਾ ਹੈ ਬਿਰਤਾਂਤਕਾਰ ਨੂੰ, ਤਾਂ ਉਸਦਾ ਜ਼ਿਆਦਾ ਨਹੀਂ ਮਤਲਬ ਦੱਸਦਾ ਹੈਗਾ, ਬਸ ਜਦੋਂ ਲੋੜ ਪੈਂਦੀ ਕੀ ਹੈ ਉਸਦੇ ਬਾਰੇ ਥੋੜਾ ਜਿਹਾ ਉਹੋ ਜਿਹਾ ਮਾਹੌਲ ਉਹ ਪੈਦਾ ਕਰ ਲੈਂਦਾ ਹੈ। ਇਹ ਉਹਨਾਂ ਨੇ ਵਰਗ ਵੰਡ ਦੇ ਬਾਰੇ ਦੱਸਿਆ ਹੈ। ਅੱਗੇ ਆਉਂਦਾ ਹੈਗਾ ਮੋਟਿਵ। ਮੋਟਿਵ ਵੀ ਰੂਸੀ ਰੂਪਵਾਦੀਆਂ ਦਾ ਬੜਾ ਮਹੱਤਵਪੂਰਨ ਤੇ ਮੌਲਿਕ ਸੰਕਲਪ ਹੈ। ਮੋਟਿਵ ਦਾ ਜਿਹੜਾ ਸੰਕਲਪ ਵੀ ਥੀਮ ਨਾਲ ਜੁੜ ਕੇ ਹੀ ਪ੍ਰਸੰਗਿਕ ਹੈ। ਸੋ ਥੀਮ ਜਿਹੜਾ ਹੈਗਾ ਏ, ਥੀਮ ਦੇ ਵਿੱਚ ਸਾਡੇ ਕੋਲ ਇੱਕ ਬਿਰਤਾਂਤਕਾਰ ਆਇਂਦਾ ਹੈਗਾ ਵਾ, ਐਂਡ ਨੈਕਸਟ ਆਇਂਦਾ ਹੈਗਾ ਸਾਡੇ ਕੋਲ ਮੋਟਿਵ। ਇਹ ਤਿੰਨੇ ਕਨਸੈਪਟ ਜਿਹੜੇ ਹੈਗੇ ਨੇ ਰਲਦੇ ਮਿਲਦੇ ਹੈਗੇ ਨੇ, ਠੀਕ ਹੈ। ਬਿਰਤਾਂਤ ਕਥਾ। ਬਿਰਤਾਂਤ ਕਥਾ ਕਿਹੜੀ ਹੁੰਦੀ ਹੈ, ਜਿਹੜੀ ਥੋੜੀ ਜਿਹੀ ਡਿਟੇਲਸ ਦੇ ਵਿੱਚ ਹੁੰਦੀ ਹੈ ਤੇ ਜਿਸ ਅੰਗ ਨੂੰ ਹੋਰ ਘਟਾਇਆ ਜਾਂ ਵਧਾਇਆ ਜਾ ਸਕੇ ਉਸਦੇ ਥੀਮ ਨੂੰ ਕੀ ਕਹਿੰਦੇ ਨੇ, ਮੋਟਿਵ ਕਿਹਾ ਜਾਂਦਾ ਹੈ। ਰੂਸੀ ਰੂਪਵਾਦੀਆਂ ਨੇ ਮੋਟਿਵ ਨੂੰ ਕਈ ਵਰਗਾਂ 'ਚ ਵੰਡਿਆ, ਬੱਝਵੇਂ ਮੋਟਿਵ ਤੇ ਖੁੱਲੇ ਮੋਟਿਵ। ਇਸ ਤਰ੍ਹਾਂ ਗਤੀਸ਼ੀਲ ਤੇ ਸਥਿਰ ਮੋਟਿਵ ਵੀ ਹੁੰਦੇ ਨੇ। ਖੁੱਲੇ ਮੋਟਿਵ ਉਹ ਹੁੰਦੇ ਨੇ ਜਿਨ੍ਹਾਂ ਨੂੰ ਨਾਵਲ ਦੇ ਪਲਾਟ ਵਿੱਚੋਂ ਖਾਰਿਜ ਕਰਨ ਦੇ ਨਾਲ ਨਾਵਲ ਦੇ ਬੁਨਿਆਦੀ ਸੰਗਠਨ ਨੂੰ ਕੋਈ ਠੇਸ ਨਹੀਂ ਪਹੁੰਚਦੀ। ਦੂਜੇ ਸ਼ਬਦਾਂ ਦੇ ਵਿੱਚ ਇਹ ਇਖਤਿਆਰੀ ਮੋਟਿਵ ਹੁੰਦੇ ਨੇ। ਹੁਣ ਦੇਖੋ, ਜਿਵੇਂ ਹੁਣ ਮੈਂ ਕੋਈ ਵੀ ਕਹਾਣੀ ਲਿਖਦੀ ਪਈ ਹਾਂ, ਠੀਕ ਹੈ, ਅਗਰ ਉਹ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਆ ਤਾਂ ਮੈਂ ਜਿਹੜਾ ਪੈਰਾ ਜਾਂ ਜਿਹੜੀ ਇੱਕ ਚੈਪਟਰ ਅਗਰ ਉਸਦੇ ਵਿੱਚੋਂ ਕੁਝ ਕੱਢ ਵੀ ਲੈਣੀ ਹੈਗੀ, ਠੀਕ ਹੈ, ਤਾਂ ਜਿਸ ਦੇ ਨਾਲ ਸਟੋਰੀ ਦੇ ਵਿੱਚ ਕੋਈ ਇਫੈਕਟ ਨਹੀਂ ਹੁੰਦਾ, ਮੀਨਸ ਕੀ ਹੋ ਗਿਆ, ਉਹ ਸਾਡੇ ਕੋਲ ਆਉਂਦੇ ਹੈਗੇ ਨੇ ਮੋਟਿਵ, ਠੀਕ ਹੈ। ਸੌਰੀ ਜਿਹੜੇ ਹੈਗੇ ਆ ਹਾਂ
ਘਟਾਇਆ ਵਧਾਇਆ ਜਾ ਸਕੇ ਉਹ ਮੋਟਿਵ ਹੁੰਦੇ ਨੇ। ਜਿਵੇਂ ਮੈਂ ਸਟੋਰੀ ਐਡ ਕਰਤੀ ਇੱਕ ਚੈਪਟਰ, ਉਹ ਆ ਗਿਆ ਮੋਟਿਵ, ਕੱਢਣਾ ਵੀ ਤੇ ਐਡ ਵੀ ਕਰ ਦੇਣਾ। ਤੇ ਇਸ ਦੇ ਨਾਲ ਜਿਹੜਾ ਹੈਗਾ ਵਾ ਜੇਕਰ ਖੁੱਲੇ ਮੋਟਿਵ ਹੁੰਦੇ ਨੇ, ਜੇਕਰ ਮੈਂ ਇਹਦੇ ਵਿੱਚੋਂ ਕਿਸੇ ਚੀਜ਼ ਨੂੰ ਕੱਢ ਵੀ ਦਿੰਨੀ ਹਾਂ ਤੇ ਉਸ ਦੇ ਨਾਲ ਪੂਰੀ ਸਟੋਰੀ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ, ਠੀਕ ਹੈ। ਤੇ ਬੰਦ ਉਹ ਹੁੰਦੇ ਨੇ ਜੇਕਰ ਉਸ ਦੇ ਵਿੱਚੋਂ ਉਸ ਨੂੰ ਮੈਂ ਕੱਢਦੀ ਗਿਆ ਤੇ ਓਵਰਆਲ ਸਟੋਰੀ ਦੇ ਉੱਤੇ ਇਫੈਕਟ ਪਏਗਾ। ਜਿਵੇਂ ਨਾਵਲ ਦੇ ਅਸੀਂ ਐਗਜ਼ਾਮਪਲ ਲਈ ਹੈਗੀ ਹੈ, ਤਾਂ ਉਹ ਆਏਂਦੇ ਸਾਡੇ ਕੋਲ ਬੰਦ। ਤੇ ਇਹ ਜਿਹੜੇ ਹੁੰਦੇ ਨੇ ਮੋਟਿਵ ਅਟੁੱਟ ਹਿੱਸਾ ਹੁੰਦੇ ਨੇ। ਤੋਮਾਸ਼ੇਵਸਕੀ ਨੇ ਗਤੀਸ਼ੀਲ ਮੋਟਿਵ ਉਹਨਾਂ ਨੂੰ ਕਿਹਾ। ਇੱਕ ਸਾਡੇ ਕੋਲ ਆਗੇ ਖੁੱਲੇ ਤੇ ਇੱਕ ਆਂਦੇ ਬੰਦ, ਇੱਕ ਗਤੀਸ਼ੀਲ ਆਂਦੇ ਇੱਕ ਸਥਿਰ ਆਂਦੇ। ਹੁਣ ਗਤੀਸ਼ੀਲ ਉਹ ਹੁੰਦੇ ਨੇ ਜੋ ਵਿਸ਼ੇਸ਼ ਸਮੇਂ ਬਿੰਦੂ ਉੱਤੇ ਪਾਤਰਾਂ ਦੇ ਅੰਤਰ ਸੰਬੰਧਾਂ ਦੀ ਸਥਿਤੀ ਨੂੰ ਬਦਲਣ ਵਿੱਚ ਸਹਾਈ ਹੁੰਦੇ। ਇਹਨਾਂ ਦੇ ਬਿਲਕੁਲ ਉਲਟ ਉਹ ਹੁੰਦੇ ਨੇ ਜਿਹੜੇ ਕਿ ਪਾਤਰ ਦੇ ਆਪਸੀ ਸੰਬੰਧਾਂ ਦੀ ਸਥਿਤੀ ਨੂੰ ਬਦਲਣ 'ਚ ਸਹਾਈ ਨਹੀਂ ਹੁੰਦੇ। ਜਿਵੇਂ ਮੋਟਿਵ ਕਹਿ ਸਕਦੇ ਹੋ ਕਿ ਕੋਈ ਨਾਵਲ ਚੱਲਦਾ ਪਿਆ ਹੈਗਾ ਵਾ, ਅਗਰ ਮੈਂ ਵਿੱਚ ਕੋਈ ਐਡ ਕਰ ਦਿੰਦੀ ਆ ਪਾਤਰ ਜਾਂ ਕੋਈ ਇਹੋ ਜਿਹੀ ਘਟਨਾ ਐਡ ਕਰ ਦਿੰਦੀ ਆ ਉਸ ਦੇ ਵਿੱਚ, ਠੀਕ ਹੈ, ਤੇ ਜਿਸ ਦੇ ਨਾਲ ਸਟੋਰੀ ਜਿਹੜੀ ਹੈਗੀ ਨੇ ਬੜੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧ ਜਾਂਦੀ ਹੈ। ਮਤਲਬ ਢਿੱਲੀ ਪਹਿਲਾਂ ਹੁੰਦੀ ਸੀ, ਉਹ ਆయింਦੀ ਗਤੀਸ਼ੀਲ। ਤੇ ਦੂਸਰੀ ਉਹ ਆయింਦੀ ਹੈਗੀ ਆ ਗਤੀਹੀਨ, ਉਹ ਹੁੰਦੀ ਹੈ ਜਿਹੜੇ ਜੇਕਰ ਮੈਂ ਐਡ ਵੀ ਕਰਦੀ ਗਿਆ ਤਾਂ ਉਹਨਾਂ ਦੇ ਉੱਤੇ ਕੋਈ ਇਫੈਕਟ ਨਹੀਂ ਪੈਣਾ। ਮੋਟਿਵ ਇਸ ਦੇ ਵਿੱਚ ਉਹ ਦੱਸਿਆ ਗਿਆ ਨਾ ਕਿ ਬਿਰਤਾਂਤ ਕਥਾ ਦੇ ਜਿਸ ਅੰਗ ਨੂੰ ਘਟਾਇਆ ਵਧਾਇਆ ਜਾ ਸਕੇ ਉਸ ਨੂੰ ਮੋਟਿਵ ਕਹਿੰਦੇ ਹਨ। ਦੋ ਤਰੀਕੇ ਦੇ ਇਹਨਾਂ ਨੇ ਦੱਸੇ ਨੇ, ਪਹਿਲੋਂ ਬੱਝਵੇਂ ਤੇ ਖੁੱਲੇ। ਖੁੱਲੇ ਮਤਲਬ ਜੇਕਰ ਉਸ ਦੇ ਵਿੱਚ ਉਹ ਘਟਾਏ ਵਧਾਏ ਜਾਣ ਤਾਂ ਕੋਈ ਇਫੈਕਟ ਨਹੀਂ ਪੈਂਦਾ। ਬੰਦ ਇਹ ਹੁੰਦੇ ਨੇ ਜੇਕਰ ਘਟਾਏ ਵਧਾਏ ਜਾਣ ਤਾਂ ਉਸ ਦੇ ਉੱਤੇ ਇਫੈਕਟ ਹੁੰਦਾ ਹੈ। ਸੈਕਿੰਡ ਇਸ ਦੇ ਵਿੱਚ ਉਹਨਾਂ ਨੇ ਦੱਸੇ ਹੋਏ ਨੇ ਗਤੀਸ਼ੀਲ ਤੇ ਗਤੀਹੀਨ ਜਾਂ ਗਤੀਸ਼ੀਲ ਤੇ ਸਥਿਰ। ਗਤੀਸ਼ੀਲ ਉਹ ਹੁੰਦੇ ਨੇ ਜਦੋਂ ਪਾਤਰਾਂ ਦੇ ਅੰਤਰ ਸੰਬੰਧਾਂ ਦੀ ਸਥਿਤੀ ਨੂੰ ਬਦਲਣ ਨਾਲ, ਠੀਕ ਹੈ, ਤਾਂ ਉਹ ਥੋੜੀ ਜਿਹੀ ਤੇਜ਼ ਇਫੈਕਟ ਹੋ ਜਾਏ। ਹੁਣ ਮਤਲਬ ਪਾਤਰ ਜਿਹੜੇ ਹੈਗੇ ਨੇ ਅਗਰ ਉਹਨਾਂ ਦੇ ਰਿਲੇਸ਼ਨ ਜਾਂ ਕੁਝ ਇਹੋ ਜਿਹਾ ਉਹਨਾਂ ਦੇ ਵਿੱਚ ਅਸੀਂ ਕੋਈ ਇਹੋ ਜਿਹੀ ਚੀਜ਼ ਐਡ ਕਰ ਦਈਏ ਜਾਂ ਫਿਰ ਕਹਾਣੀ ਐਡ ਕਰ ਜੇ ਕੋਈ ਘਟਨਾ ਐਡ ਕਰ ਦਈਏ ਜਿਸ ਦੇ ਨਾਲ ਉਹਨਾਂ ਦੀ ਸਟੋਰੀ, ਉਹਨਾਂ ਦੇ ਇਫੈਕਟ ਉਹਨਾਂ ਦੇ ਉੱਤੇ ਪੈਣ ਤਾਂ ਉਹ ਸਟੋਰੀ ਇੱਕਦਮ ਅੱਗੇ ਵਧਣੀ ਸ਼ੁਰੂ ਹੋ ਜਾਏ ਤਾਂ ਉਹ ਗਤੀਸ਼ੀਲ ਆਏਂਦੇ। ਦੂਸਰੇ ਆਏਂਦੇ ਹੈਗੇ ਨੇ ਬਿਲਕੁਲ ਅਗਰ ਉਹਨਾਂ ਦੇ ਵਿੱਚ ਇਸ ਤਰੀਕੇ ਨਾਲ ਕੁਝ ਕੀਤਾ ਵੀ ਜਾਵੇ ਜੇਕਰ ਕੁਝ ਇਫੈਕਟ ਨਾ ਹੋਵੇ ਤਾਂ ਗਤੀਹੀਨ ਹੀ ਉੱਥੇ ਰਹਿੰਦੇ ਨੇ। 1917 ਵਿੱਚ ਇਹ ਸਾਰੇ ਕਨਸੈਪਟ ਹੈਗੇ ਨੇ ਜਿਹੜੇ ਤੁਹਾਨੂੰ ਬਾਰ-ਬਾਰ ਆਉਣਗੇ ਰੂਸੀ ਰੂਪਵਾਦ ਦੇ ਵਿੱਚ, ਉੱਥੇ ਉਹਨਾਂ ਨੇ ਓਪਨਲੀ ਦੱਸ ਦਿੱਤੇ ਨੇ, ਸੋ ਇਹ ਜ਼ਰੂਰ ਪੜ੍ਹਿਓ। 1917 ਚ ਰੂਸ ਦੀ ਕ੍ਰਾਂਤੀ ਤੋਂ ਪਿੱਛੋਂ ਰੂਪਵਾਦ ਨੂੰ ਭੰਗ ਵਿਰੋਧ ਕਰਨ ਤੇ ਕੁਚਲਣ ਦੀ ਨੀਤੀ ਆਰੰਭ ਹੋ ਚੁੱਕੀ ਸੀ। ਰੂਸੀ ਸਰਕਾਰ ਦੇ ਸਮਰਥਕ ਚਿੰਤਕਾਂ ਨੇ ਰੂਸੀ ਰੂਪਵਾਦੀਆਂ ਨੂੰ ਪਹਿਲਾਂ ਨਿਖੱਧ ਤੇ ਯੁੱਗ ਤੋਂ ਟੁੱਟੇ ਹੋਏ ਸੀ, ਪਰ ਜਦੋਂ ਗੱਲ ਨਾ ਬਣੀ ਤਾਂ ਇਸ ਤਾਰਕਿਕ ਢੰਗ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਸੰਬੰਧੀ ਪਹਿਲਾ ਯਤਨ ਟ੍ਰਾਟਸਕੀ ਨੇ ਆਪਣੀ ਪੁਸਤਕ ਲਿਟਰੇਚਰ ਐਂਡ ਰੈਵੋਲੂਸ਼ਨ ਦੇ ਰਾਹੀਂ ਕੀਤਾ। ਹੁਣ ਦੇਖੋ ਜਿਹੜੇ ਗਵਰਨਮੈਂਟ ਦੇ ਨਾਲ ਹੈਗੇ ਸੀ ਸਮਰਥਕ, ਉਹਨਾਂ ਨੇ ਵੀ ਇਸ ਜਿਹੜੀ ਹੈਗੀ ਸੀ ਵਾਦ ਨੂੰ ਜਾਂ ਫਿਰ ਵਿਧੀ ਨੂੰ ਉਹਨਾਂ ਨੇ ਵੀ ਭੰਗ ਕਰਨ ਦੇ ਵਿੱਚ ਸਹਾਇਤਾ ਕੀਤੀ। ਪਹਿਲਾਂ ਤਾਂ ਉਹਨਾਂ ਨੇ ਇਸ ਨੂੰ ਨਿਖੱਧ ਤੇ ਯੁੱਗ ਨਾਲੋਂ ਟੁੱਟੇ ਹੋਏ ਲੋਕੀ ਕਿਹਾ, ਰੂਪਵਾਦੀਆਂ ਨੂੰ। ਬਾਅਦ ਦੇ ਵਿੱਚ ਉਹਨਾਂ ਨੇ ਵੀ ਇਸ ਦੇ ਉੱਤੇ ਇੱਕ ਤਰੀਕੇ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਵਿੱਚ ਟ੍ਰਾਟਸਕੀ ਜਿਹੜੇ ਹੈਗੇ ਸੀ ਉਹਨਾਂ ਦੀ ਪੁਸਤਕ ਨੇ ਕਾਫੀ ਇਫੈਕਟ ਪਾਇਆ। ਪਰ ਇਸ ਦੇ ਬਾਵਜੂਦ ਵੀ ਰੂਸੀ ਰੂਪਵਾਦ ਲਗਭਗ 1.5 ਦਹਾਕਾ ਜਿਉਂਦਾ ਰਿਹਾ। ਜਿਸ ਪੱਧਰ ਤੇ ਇਸ ਦਾ ਵਿਰੋਧ ਹੋ ਰਿਹਾ ਸੀ ਇਸ ਤੋਂ ਸਪਸ਼ਟ ਹੋ ਰਿਹਾ ਸੀ ਕਿ ਇਸ ਵਿਚਾਰਧਾਰਾ ਨੂੰ ਸਰਕਾਰ ਨੇ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਾ। ਇਸ ਦੇ ਬਾਵਜੂਦ ਵੀ ਕੁਝ ਚਿੰਤਕਾਂ ਨੇ ਰੂਸੀ ਰੂਪਵਾਦ ਦੇ ਮਹੱਤਵ ਨੂੰ ਪਛਾਣਿਆ ਤੇ ਰੂਪਵਾਦ ਤੇ ਮਾਰਕਸਵਾਦ ਵਿੱਚ ਸੁਮੇਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਕਾਰੀ ਚਿੰਤਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਸਥਿਤੀ ਤੋਂ ਬਚਣ ਲਈ ਰੂਪਵਾਦੀਆਂ ਨੇ ਦੋਗਲੀ ਨੀਤੀ ਅਪਣਾਈ। ਉਹ ਕਈ ਮਸਲਿਆਂ ਸੰਬੰਧੀ ਥੋੜਾ ਨਰਮ ਹੋਣ ਲੱਗ ਪਏ। ਮਿਸਾਲ ਵਜੋਂ ਪਹਿਲਾਂ ਰੂਸੀ ਰੂਪਵਾਦੀ ਵਿਦਵਾਨ ਸਾਹਿਤ ਤੇ ਜੀਵਨ ਵਿੱਚ ਕਿਸੇ ਕਿਸਮ ਦੀ ਸਾਂਝ ਮੰਨਣ ਤੋਂ ਇਨਕਾਰੀ ਸਨ। ਫਿਰ ਉਹਨਾਂ ਨੇ ਪੈਂਤੜਾ ਬਦਲ ਕੇ ਸਾਹਿਤ ਤੇ ਜੀਵਨ ਵਿਚਕਾਰ ਐਸੀ ਕੋਈ ਖਾਈ ਨਹੀਂ ਜੋ ਲੰਘੀ ਨਾ ਜਾ ਸਕਦੀ ਹੋਵੇ, ਇਹ ਵਾਲਾ ਉਹਨਾਂ ਨੇ ਇੱਕ ਤਰੀਕੇ ਨਾਲ ਲਾਈਨ ਦੇ ਦਿੱਤੀ। ਇਸੇ ਤਰ੍ਹਾਂ ਸਾਹਿਤ ਵਿਚਲੀ ਵਿਚਕਾਰਲੀ ਸੀਮਾ ਰੇਖਾ ਤਰਲ ਹੁੰਦੀ ਹੈ, ਮਤਲਬ ਦੋਨਾਂ ਨੇ ਉਹਨਾਂ ਨੇ ਆਪਣਾ ਪਾਸਾ ਵੀ ਥੋੜਾ ਜਿਹਾ ਪਲਟਿਆ ਸੀ, ਠੀਕ ਹੈ। ਤੇ ਇਸ ਦੇ ਬਾਵਜੂਦ ਕੁਝ ਰੂਪਵਾਦੀਆਂ ਉੱਪਰ ਸਰਕਾਰੀ ਦਬਾਅ ਵਧਦਾ ਗਿਆ। ਵਿਕਟਰ ਸ਼ਕਲੋਵਸਕੀ ਦਾ ਘਿਰਾਓ ਹੋ ਗਿਆ। ਉਹ 1922 ਦੇ ਵਿੱਚ ਰੂਸ ਛੱਡ ਕੇ ਭੱਜ ਗਿਆ। 29 ਚ ਰੂਸੀ ਰੂਪਵਾਦੀਆਂ ਨੇ ਇੱਕ ਤਰ੍ਹਾਂ ਨਾਲ ਸਰਕਾਰੀ ਪਾਬੰਦੀ ਹੀ ਲਾ ਦਿੱਤੀ। ਰੋਮਨ ਜੈਕਬਸਨ ਰੂਸ ਛੱਡ ਕੇ ਫਰਾਂਸ ਚਲਾ ਗਿਆ ਤੇ ਉੱਥੇ ਪਹੁੰਚ ਕੇ ਮੁੜ ਸਰਗਰਮ ਹੋ ਗਿਆ। 30 ਵਿੱਚ ਰੂਸੀ ਰੂਪਵਾਦ ਦਾ ਰੂਸ ਵਿੱਚ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਰੂਸੀਆਂ ਲਈ ਇਹ ਚਿੰਤਨ ਬੜਤੇ ਸਮੇਂ ਦੀ ਗੱਲ ਬਣ ਕੇ ਰਹਿ ਗਿਆ। ਇਸ ਪ੍ਰਕਾਰ ਇਹ ਚਿੰਤਨ ਫਰਾਂਸ ਦੀਆਂ ਸੰਰਚਨਾਵਾਂ ਤੇ ਅਮਰੀਕਾ ਵਿੱਚ ਨਵੀਨ
ਅਮਰੀਕਨ ਯੋਜਨਾ ਦੇ ਉਹਦੇ ਲਈ ਮਹੱਤਵਪੂਰਨ ਜਿਹੜਾ ਕਾਰਨ ਬਣਿਆ ਸੀ। ਸੋ ਇਹ ਸੀ ਅੱਜ ਦਾ ਟੌਪਿਕ ਰੂਸੀ ਰੂਪਵਾਦ। ਬਾਕੀ ਜਿਹੜਾ ਹੋਏਗਾ ਨੈਕਸਟ ਦੇ ਵਿੱਚ ਵੀਡੀਓ ਜ਼ਰੂਰ ਦੇਖਿਓ। ਥੈਂਕ ਯੂ।